श्री वाहिगुरु साहिब जी। श्री नानक पद पंकज बंदन, पद पंकज बंदन। सिमरो अंगद दुख निकंदन, अमरदास गुर हृदय त्यामो, गुर हृदय त्यामो। श्री गुर रामदास गुण गावो, श्री अर्जन विघ्नन के नाशक, विघ्नन के नाशक। हर गोबिंद शुभ समत प्रकाशक, श्री हर राय नमो कर जोरी, नमो कर जोरी। श्री हर कृष्ण मनाए बहोरी, तेग बहादुर परम कृपाला जी, परम कृपाला। श्री गुरु गोबिंद सिंह विसाला, तरों तरा पार पुन पुन सीसा, मैं पुन पुन सीसा। बंदो बार बार जगदीशा, जिसमें है अमृत ज्ञान है, मानुख भगत वैराग। श्री गुरु ग्रंथ साहिब उदद, बंदो कार्य अनुराग। श्री गुर शब्द कमाए जिना, जीते पंच विकार। तिन संतन को बंदना, सिर चरणन पर तार। पूर्ण देखे आत्मा, द्वैत है सर्ब निवार। भये शांत मन संत जो, तिन पद नमो हमार। एक अंकारा सतगुरु, तेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु साहिब जी। गुर के चरण कमल तर ताथ, होए निमर पुन टेक्यो माथ। चित आवे सतगुर गुर कहियो, देखत ही प्रसन्न हवै रहियो। गुर के चरण कमल तर ताथ, होए निम्र पुन टेक्यो माथ। चित आवे सतगुर गुर कहियो,
ਦੇਖਤ ਹੀ ਪ੍ਰਸੰਨ ਹਵੈ ਰਹਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਚਵਰ ਛਤਰ ਤਖਤ ਦੇ ਮਾਲਕ, 84 ਲੱਖ ਜੂਨਾਂ ਦੇ ਰਿਜ਼ਕ ਦਾਤੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੀ ਅਪਾਰ ਰਹਿਮਤ ਕਿਰਪਾ ਕਰਕੇ ਸਾਨੂੰ ਜੀਵਾਂ ਨੂੰ ਆਪਣੀ ਸੁਭਾਏਮਾਨ ਗੋਦ ਦੇ ਵਿੱਚ ਬਿਰਾਜਮਾਨ ਹੋਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਇਸ ਸਮੇਂ ਦਾ ਲਾਹਾ ਖੱਟਦੇ ਹੋਏ ਆਪਣੇ ਜੀਵਨ ਨੂੰ ਸੱਚੇ ਪਾਤਸ਼ਾਹ ਜੀਆਂ ਦੇ ਕਥਾ ਵਿਚਾਰ ਸੁਣਦਿਆਂ ਮਹਾਰਾਜ ਜੀਆਂ ਦੇ ਅੱਗੇ ਆਪਣੇ ਜੀਵਨ ਨੂੰ ਢਾਲਣਾ ਕਰੀਏ। ਸੱਚੇ ਪਾਤਸ਼ਾਹ ਜੀਆਂ ਦੀ ਦੱਸੀ ਹੋਈ ਜੋ ਮਰਿਆਦਾ ਹੈ ਉਹਨੂੰ ਸੁਣ ਕਰਕੇ, ਸਾਖੀਆਂ ਸੁਣ ਕਰਕੇ, ਸੁਣ ਹਰ ਕਥਾ ਉਤਾਰੀ ਮੈਲ। ਸੱਚੇ ਪਾਤਸ਼ਾਹ ਜੀਆਂ ਦੀ ਕਥਾ ਵਿਚਾਰ ਨੂੰ ਸੁਣ ਕੇ ਆਪਣੇ ਮਨ ਦੇ ਅੰਦਰ ਜੋ ਜਨਮਾਂ ਜਨਮਾਂਤਰਾਂ ਤੋਂ ਕਈ ਜਨਮਾਂ ਦੀ ਜਿਹੜੀ ਮੈਲ ਲੱਗੀ ਏ ਉਸ ਮੈਲ ਨੂੰ ਉਤਾਰਨਾ ਕਰੀਏ। ਜੋ ਕਿ ਮਹਾਂਪੁਰਖਾਂ ਦੇ ਸਥਾਨਾਂ ਦੇ ਉੱਪਰ ਲੜੀਵਾਰ ਕਥਾ ਛੇਵੇਂ ਪਾਤਸ਼ਾਹ ਜੀਆਂ ਦਾ ਇਤਿਹਾਸ ਚੱਲਦਾ ਏ। ਆਓ ਉਸ ਇਤਿਹਾਸ ਨੂੰ ਸਰਵਣ ਕਰਨਾ ਕਰੀਏ। ਸਾਰਿਆਂ ਤੋਂ ਪਹਿਲਾਂ ਕਲਗੀਧਰ ਪਿਤਾ ਜੀਆਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਜੋ ਸੱਚੇ ਪਾਤਸ਼ਾਹ ਜੀਆਂ ਨੇ ਫੁਰਮਾਨ ਕੀਤਾ ਸੀ, ਆਗੇ ਆਵਤ ਸਿੰਘ ਜੋ ਪਾਏ, ਵਾਹਿਗੁਰੂ ਜੀ ਕੀ ਫਤਿਹ ਬੁਲਾਏ। ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਜਿਹੜਾ ਵੀ ਸਿੱਖ ਸੱਜਿਆ ਹੋਵੇ ਗੁਰੂ ਦੀ ਮਰਿਆਦਾ ਅਨੁਸਾਰ, ਭਾਵੇਂ ਕਿਸੇ ਵੀ ਜਾਤੀ ਦਾ ਹੋਵੇ, ਉੱਚੀ ਨੀਵੀਂ ਕੁਲ ਦਾ ਹੋਵੇ, ਤੂੰ ਵੇਖ ਲਵੇਂ ਉਹਦੇ ਸਰੀਰ ਦੇ ਉੱਪਰ ਗੁਰੂ ਦੀ ਮਰਿਆਦਾ ਅਨੁਸਾਰ ਕਕਾਰ ਪਾਏ ਨੇ। ਗੁਰੂ ਦਾ ਬਾਣਾ ਨਜ਼ਰੀ ਪਿਆ, ਗੁਰੂ ਦੀ ਦਸਤਾਰ ਨਜ਼ਰੀ ਪਈ। ਵੇਖ ਕਰਕੇ ਭੇਦਾਂ ਨੂੰ ਛੱਡਦੇ ਹੋਏ ਦੋਵੇਂ ਹੱਥਾਂ ਨੂੰ ਜੋੜ ਕਰਕੇ ਗੱਜ ਕੇ ਗੁਰੂ ਦੀ ਫਤਿਹ ਬੁਲਾਈ। ਆਓ ਸੱਚੇ ਪਾਤਸ਼ਾਹ ਜੀਆਂ ਦਾ ਜੋ ਸਾਨੂੰ ਹੁਕਮ ਕੀਤਾ ਹੋਇਆ ਹੈ ਉਸੇ ਹੁਕਮ ਦੀ ਪਾਲਣਾ ਕਰਦੇ ਹੋਏ ਆਪਾਂ ਕਰੀਏ ਮਨ ਬਿਰਤੀਆਂ ਨੂੰ ਕਾਗਰ, ਮਿਲ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਰਵਣ ਕੀਤਾ ਹੈ, ਛੇਵੇਂ ਪਾਤਸ਼ਾਹ ਜੀ ਡਰੋਲੀ ਨਗਰ ਦੇ ਵਿੱਚ ਹਨ। ਸੱਚੇ ਪਾਤਸ਼ਾਹ ਜੀਆਂ ਨੇ ਬੀਬੀ ਰਾਮੋ ਜੀਆਂ ਦਾ ਵੀ ਸਰੀਰ ਤਿਆਗਿਆ ਗਿਆ, ਸਾਈਂ ਦਾਸ ਜੀਆਂ ਨੇ ਵੀ ਸਰੀਰ ਤਿਆਗ ਦਿੱਤਾ ਹੈ। ਉੱਥੇ ਹੀ ਸਾਹਿਬਾਂ ਜੀਆਂ ਦੇ ਮਹਿਲ ਮਾਤਾ ਦਮੋਦਰੀ ਜੀ ਵੀ ਆਪਣੇ ਸਰੀਰ ਨੂੰ ਤਿਆਗ ਗਏ ਨੇ। ਜਦੋਂ ਸੱਚੇ ਪਾਤਸ਼ਾਹ ਜੀਆਂ ਨੇ ਸਾਰੀ ਕਿਰਿਆ ਵੇਖੀ, ਫਿਰ ਅੱਗੇ ਦੀ ਸਾਰੀ ਜਿਹੜੀ ਵਿਧੀ ਹੈ ਉਹਨੂੰ ਜਾਣਨਾ ਕੀਤਾ ਕਿ ਹੁਣ ਜੰਗਾਂ ਯੁੱਧਾਂ ਦਾ ਸਮਾਂ ਆ ਰਿਹਾ ਹੈ, ਬੜੇ ਭਾਰੀ ਜੰਗ ਯੁੱਧ ਹੋਣੇ ਹਨ। ਇਸ ਲਈ ਪਰਿਵਾਰ ਦੇ ਨਾਲੋਂ ਇੱਕ ਪਾਸਾ ਕੀਤਾ ਹੀ ਚੰਗਾ ਹੈ। ਪਰਿਵਾਰ ਨੂੰ ਕਿਤੇ ਵੱਖਰੀ ਜਗ੍ਹਾ ਦੇ ਉੱਤੇ ਭੇਜ ਦਈਏ ਜੋ ਕਿ ਸਾਡੀ ਜੰਗ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਰੁਕਾਵਟ ਪੈਦਾ ਨਾ ਕਰਨ। ਇਸ ਤਰੀਕੇ ਦੀ ਵਿਚਾਰ ਮਨ ਦੇ ਵਿੱਚ ਧਾਰ ਕੇ ਛਠਮ ਪਾਤਸ਼ਾਹ ਜੀਆਂ ਨੇ ਆਪਣੇ ਪਰਿਵਾਰ ਨੂੰ, ਬਾਬਾ ਗੁਰਦਿੱਤਾ ਜੀਆਂ ਨੂੰ, ਆਪਣੇ ਪੁੱਤਰ ਨੂੰ, ਸ਼ਹਿਜ਼ਾਦੇ ਨੂੰ ਕੋਲ ਸੱਦਿਆ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੁੱਤਰ ਹੁਣ ਅੱਗੇ ਜੰਗ ਦਾ ਸਮਾਂ ਆ ਰਿਹਾ ਏ, ਭਾਰੀ ਯੁੱਧ ਮਚਨੇ ਨੇ, ਇਸ ਲਈ ਪਰਿਵਾਰ ਨੂੰ ਲੈ ਕੇ ਤੁਸੀਂ ਆਪਣੇ ਨਾਲ ਹੀ ਕਰਤਾਰਪੁਰ ਚਲੇ ਜਾਓ। ਇਸੇ ਤਰੀਕੇ ਨਾਲ ਬਾਬਾ ਗੁਰਦਿੱਤਾ ਜੀ ਕਹਿਣ ਲੱਗੇ, ਪਿਤਾ ਜੀ ਜੰਗ ਦਾ ਸਮਾਂ ਆ ਰਿਹਾ ਏ, ਲੋੜ ਪਏਗੀ, ਮੈਨੂੰ ਵੀ ਯਾਦ ਕਰਿਓ, ਮੇਰਾ ਵੀ ਚਿੱਤ ਕਰਦਾ ਏ ਤੁਹਾਡੇ ਨਾਲ ਮਿਲ ਕੇ ਇਹਨਾਂ ਮੁਗਲਾਂ ਦਾ ਮੈਂ ਵੀ ਨਾਸ਼ ਕਰਾਂ। ਹੱਥ ਦੇ ਵਿੱਚ ਖੜਗ ਫੜ ਕੇ ਪਿਤਾ ਜੀ
ਇਹਨਾਂ ਵੈਰੀਆਂ ਦੇ ਨਾਲ 2 ਹੱਥ ਮੈਂ ਵੀ ਕਰ ਲਵਾਂਗਾ। ਇੰਨੀ ਗੱਲ ਨੂੰ ਸੁਣ ਕੇ ਸੱਚੇ ਪਾਤਸ਼ਾਹ ਜੀ ਖੇੜੇ ਵਿੱਚ ਆਏ। ਕਹਿਣ ਲੱਗੇ, ਪੁੱਤਰ ਸਮਾਂ ਆਵੇਗਾ ਜਦੋਂ ਅਸੀਂ ਆਪਣੀ ਚੌਥੀ ਜੰਗ ਦੇ ਵਿੱਚ ਉਤਰਾਂਗੇ, ਉਸ ਵੇਲੇ ਤੁਹਾਨੂੰ ਯਾਦ ਕਰਾਂਗੇ। ਇਸ ਤਰੀਕੇ ਦੇ ਹੁਕਮ ਕਰਕੇ ਸੱਚੇ ਪਾਤਸ਼ਾਹ ਜੀ ਬਾਬਾ ਗੁਰਦਿੱਤਾ ਜੀਆਂ ਦੇ ਨਾਲ ਸਾਰਾ ਪਰਿਵਾਰ ਤਿਆਰੀ ਕੀਤੀ ਏ। ਡਰੋਲੀ ਨਗਰ ਦੇ ਵਿੱਚੋਂ ਸਾਰਾ ਪਰਿਵਾਰ ਤਿਆਰੀ ਕਰਕੇ ਚਾਲੇ ਮਾਰੇ ਨੇ। ਪਿੱਛੇ 6ਵੇਂ ਪਾਤਸ਼ਾਹ ਜੀ ਜਦੋਂ ਡਰੋਲੀ ਨਗਰ ਦੇ ਵਿੱਚ ਸਾਈਂ ਦਾਸ ਦੇ ਘਰ ਦੇ ਅੰਦਰ ਵੜੇ, ਅੰਦਰ ਵੜ ਕੇ ਸੱਚੇ ਪਾਤਸ਼ਾਹ ਜੀਆਂ ਨੇ ਵੇਖਿਆ, ਜਿਹੜੇ ਘਰ ਦੇ ਵਿੱਚ ਕਦੇ ਮੈਨੂੰ ਵੇਖ ਕਰਕੇ ਖੇੜੇ ਦੇ ਵਿੱਚ ਆ ਜਾਂਦੇ ਸਨ, ਸਾਰੇ ਹੀ ਜਿੰਨੀ ਵੀ ਸੰਗਤ ਸੀ ਮੇਰੇ ਸਿੱਖ ਸਨ। ਬੀਬੀ ਰਾਮੋ ਜੀ, ਸਾਈਂ ਦਾਸ ਜੀ, ਸਾਰੇ ਹੀ ਬੜਾ ਸਵਾਗਤ ਕਰਦੇ ਸਨ। ਅੱਜ ਕੋਈ ਵੀ ਨਹੀਂ ਘਰ ਵਿੱਚ। ਵੇਖ ਕਰਕੇ ਸੱਚੇ ਪਾਤਸ਼ਾਹ ਜੀ ਬਾਬਾ ਬਿਧੀ ਚੰਦ ਜੀਆਂ ਨੂੰ ਕੋਲ ਸੱਦਿਆ। ਬਾਬਾ ਬਿਧੀ ਚੰਦ ਜੀਆਂ ਨੂੰ ਕਹਿਣ ਲੱਗੇ, ਬਿਧੀ ਚੰਦਾ, ਇਹ ਜੋ ਦੁਨੀਆ ਦੀ ਰੀਤੀ ਹੈ, ਜਿਹੜਾ ਵੀ ਇਸ ਦੁਨੀਆ ਦੇ ਵਿੱਚ ਆਉਂਦਾ ਹੈ, 4 ਦਿਨਾਂ ਦਾ ਤਮਾਸ਼ਾ ਦੁਨੀਆ, ਮਨੁੱਖ ਇਹਨਾਂ ਦੇ ਵਿੱਚ ਰੁੱਝ ਜਾਂਦਾ ਏ। ਵੇਖ ਕਰਕੇ ਧੀਆਂ ਪੁੱਤਰਾਂ ਨੂੰ, ਮਾਪਿਆਂ ਨੂੰ ਵੇਖ ਕੇ ਰੁੱਝ ਜਾਂਦਾ ਏ, ਖੌਰੇ ਮੇਰੇ ਨਾਲ ਸਦਾ ਹੀ ਰਹਿਣਗੇ। ਜਾਂ ਸੰਗੀ ਸਾਥੀਆਂ ਨੂੰ ਵੇਖ ਕੇ ਬੰਦਾ ਬੜੇ ਖੇੜੇ ਵਿੱਚ ਆਉਂਦਾ ਏ ਕਿ ਖੌਰੇ ਇਹ ਮੇਰੇ ਨਾਲ ਹੀ ਰਹਿਣਗੇ। ਪਰ ਬਿਧੀ ਚੰਦਾ, ਇਹ ਜਿਹੜੀ ਦੁਨੀਆ ਹੈ, ਜਿਹਦੀਆਂ 2 ਨੀਹਾਂ ਨੇ, ਇਹ ਨਾਸ਼ਵੰਤ ਏ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਜਿਹੜਾ ਵੀ ਆਇਆ ਬਿਧੀ ਚੰਦਾ, ਇਸ ਦੁਨੀਆ ਦੇ ਵਿੱਚ ਉਹਨੇ ਜਾਣਾ ਹੈ। ਇਸ ਤਰੀਕੇ ਦੇ ਬਚਨ ਕੀਤੇ ਸੱਚੇ ਪਾਤਸ਼ਾਹ ਜੀ। ਫਿਰ ਬਾਬਾ ਬਿਧੀ ਚੰਦ ਜੀਆਂ ਨੂੰ ਹੁਕਮ ਕੀਤਾ ਕਿ ਸਾਡੇ ਪਿਆਰੇ ਤਾਂ ਹੁਣ ਚਲੇ ਗਏ ਇਸ ਘਰ ਦੇ ਵਿੱਚੋਂ, ਹੁਣ ਅਸੀਂ ਵੀ ਚੱਲੀਏ ਇੱਧਰੋਂ। ਇੱਦਾਂ ਕਹਿ ਕੇ ਅਗਲੇ ਦਿਨ ਸੱਚੇ ਪਾਤਸ਼ਾਹ ਜੀਆਂ ਨੇ ਘੋੜਾ ਮੰਗਾਇਆ। ਸਾਹਿਬਾਂ ਜੀ ਸਵਾਰ ਹੋਏ ਨੇ ਘੋੜੇ ਦੇ ਉੱਪਰ, ਨਾਲ ਹਜ਼ਾਰਾਂ ਦੇ ਹਿਸਾਬ ਨਾਲ ਸੈਨਾ ਏ, ਬੜੇ ਯੋਧੇ ਨੇ। ਸੱਚੇ ਪਾਤਸ਼ਾਹ ਜੀਆਂ ਦੇ ਨਾਲ ਚਾਲਾ ਮਾਰਿਆ। ਚੱਲਦੇ ਚੱਲਦੇ ਫਿਰ ਸੱਚੇ ਪਾਤਸ਼ਾਹ ਜੀ ਭਾਈ ਕੇ ਰੂਪੇ ਨਗਰ ਪੁੱਜੇ। ਉੱਥੇ ਭਾਈ ਰੂਪੇ ਨੂੰ ਉਪਦੇਸ਼ ਦਿੱਤਾ। ਭਾਈ ਰੂਪੇ ਦੇ ਘਰੇ ਗਏ। ਵੇਖ ਕੇ ਭਾਈ ਸਾਧੂ ਤੇ ਭਾਈ ਰੂਪਾ ਬੜੇ ਖੇੜੇ ਵਿੱਚ ਆਏ। ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਨੂੰ ਫੜ ਲਿਆ ਰਕਾਬ ਦੇ ਸਮੇਤ, ਆਪਣੇ ਘਰ ਦੇ ਵਿੱਚ ਖੜਿਆ, ਬੜੀ ਸੇਵਾ ਕੀਤੀ। ਫਿਰ ਸੱਚੇ ਪਾਤਸ਼ਾਹ ਜੀਆਂ ਨੇ ਹੁਕਮ ਜਾਰੀ ਕੀਤਾ, ਭਾਈ ਰੂਪੇ, ਇਸ ਨਗਰ ਦੇ ਵਿੱਚ ਸਦਾ ਹੀ ਅਟੁੱਟ ਲੰਗਰ ਚੱਲਦਾ ਰਵੇ, ਤੇਰੇ ਘਰ ਦੇ ਵਿੱਚ ਤੇਰੀ ਜੈ ਜੈਕਾਰ ਹੋਵੇਗੀ। ਬਾਬਾ ਬਿਧੀ ਚੰਦ ਜੀਆਂ ਦੇ ਨਾਲ ਸਲਾਹ ਕਰਕੇ 6ਵੇਂ ਪਾਤਸ਼ਾਹ ਕਹਿਣ ਲੱਗੇ, ਬਿਧੀ ਚੰਦ ਜੀ, ਇਹ ਭਾਈ ਰੂਪਾ ਬੜੀ ਹੀ ਗੁਰੂ ਦੀ ਸਿੱਖੀ ਇਹਦੇ ਅੰਦਰ ਦ੍ਰਿੜ ਹੈ, ਇਸ ਨੂੰ ਕਿਉਂ ਨਾ ਗੁਰੂ ਘਰ ਦਾ ਪ੍ਰਚਾਰਕ ਥਾਪ ਦਈਏ। ਜਿਵੇਂ ਪਹਿਲੇ ਗੁਰੂ ਸਾਹਿਬ ਜੀ ਥਾਪਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਜਦੋਂ ਸੱਜਣ ਠੱਗ ਵਰਗੇ ਠੱਗੀਆਂ ਮਾਰਦੇ ਨੇ, ਮੇਰੇ ਪਾਤਸ਼ਾਹ ਗੁਰੂ ਨਾਨਕ ਦੀ ਨਜ਼ਰ ਫਿਰੀ, ਉਹ ਠੱਗ ਨੂੰ ਸੰਤ ਬਣਾ ਦਿੱਤਾ ਤੇ ਉਸ ਵੇਲੇ ਦਾ ਪ੍ਰਚਾਰਕ ਥਾਪ ਦਿੱਤਾ। ਜਿਵੇਂ ਗੁਰੂ ਅੰਗਦ ਪਾਤਸ਼ਾਹ ਜੀਆਂ ਦੀ ਨਿਗਾਹ ਫਿਰੀ, ਵੱਡੇ ਵੱਡੇ ਪ੍ਰਚਾਰਕ ਥਾਪੇ ਨੇ, ਉਸੇ ਪ੍ਰਕਾਰ ਗੁਰੂ ਅਮਰਦਾਸ ਪਾਤਸ਼ਾਹ ਦੀ ਨਿਗਾਹ ਫਿਰੀ। ਸੱਚੇ ਪਾਤਸ਼ਾਹ ਨੇ 22 ਮੰਜੀਆਂ ਪ੍ਰਚਾਰਕਾਂ ਦੀਆਂ ਥਾਪ ਦਿੱਤੀਆਂ। ਕਿਉਂ ਨਾ ਬਿਧੀ ਚੰਦਾ ਗੁਰੂ ਘਰ ਦਾ ਇਸ ਨੂੰ ਪ੍ਰਚਾਰਕ ਥਾਪ ਦਈਏ। ਇੱਦਾਂ ਵਿਚਾਰ ਕਰਦੇ ਹੋਏ ਬਾਬਾ ਬਿਧੀ ਚੰਦ ਜੀਆਂ ਨੇ ਕਿਹਾ, ਸੱਚੇ ਪਾਤਸ਼ਾਹ, ਤੁਹਾਡੇ ਹੁਕਮ ਦੇ ਵਿੱਚ ਹੀ ਸਭ ਕੁਝ ਹੋਣਾ ਹੈ, ਜਿਵੇਂ ਤੁਸੀਂ ਕਹੋ। ਭਾਈ ਰੂਪੇ ਨੂੰ ਸੱਦਿਆ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਗੁਰੂ ਘਰ ਦਾ ਪ੍ਰਚਾਰਕ ਤੈਨੂੰ ਥਾਪ ਰਹੇ ਆ। ਭਾਈ ਰੂਪਾ ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਜਿਹੜੀ ਮੰਜੀ ਹੈ ਇਹ ਤਾਂ ਬਾਦਸ਼ਾਹਾਂ ਦੀ ਹੈ, ਮੈਂ ਤਾਂ ਗਰੀਬ ਹੈ ਪਾਤਸ਼ਾਹ, ਗਰੀਬ ਕੀ ਕਰਾਂਗਾ, ਮੈਂ ਇਹਦੇ ਲਾਇਕ ਨਹੀਂ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਭਾਈ ਰੂਪੇ, ਗੁਰੂ ਭਗਤੀ ਦੇ ਉੱਪਰ ਉੱਠਦਾ ਏ, ਸੇਵਾ ਦੇ ਉੱਪਰ ਉੱਠਦਾ ਏ, ਤੇਰੀ ਸੇਵਾ ਬੜੀ ਏ ਗੁਰੂ ਘਰ ਦੇ ਨਾਲ, ਇਸ ਲਈ ਇਹ ਮੰਜੀ ਤੇਰੇ ਲਾਇਕ ਏ। ਸੱਚੇ ਪਾਤਸ਼ਾਹ ਜੀ ਭਾਈ ਰੂਪੇ ਨੂੰ ਗੁਰੂ ਘਰ ਦਾ ਪ੍ਰਚਾਰਕ ਥਾਪ ਕੇ ਫਿਰ ਉੱਥੇ ਨੇੜੇ ਹੀ
ਦੀਨਾ ਨਗਰ, ਜਿੱਥੇ ਦਸਵੇਂ ਪਾਤਸ਼ਾਹ ਜੀਆਂ ਨੇ ਵੀ ਆ ਕੇ ਜਦੋਂ ਔਰੰਗਜ਼ੇਬ ਨੇ ਬੜੀਆਂ ਚਿੱਠੀਆਂ ਭੇਜੀਆਂ, ਔਰੰਗਜ਼ੇਬ ਨੇ ਮਾਫੀ ਮੰਗਦਿਆਂ ਹੋਇਆਂ ਦੀਨੇ ਕਾਂਗੜ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਫਿਰ ਜਿੱਤ ਦੀ ਚਿੱਠੀ ਜਫਰਨਾਮਾ ਲਿਖ ਕੇ ਭੇਜਿਆ ਸੀ। ਉਸੇ ਦੀਨੇ ਨਗਰ ਜਿਹੜਾ ਕੋਰ ਹੈ ਦੀਨੇ ਕਾਂਗੜ ਨੇੜੇ ਹੀ ਬੜੀ ਉਸ ਰਾਜੇ ਦੀ ਵਡਿਆਈ ਹੁੰਦੀ, ਜੋਧ ਦੀ, ਰਾਏ ਜੋਧ ਦੀ ਵਡਿਆਈ ਨੂੰ ਸਾਰੇ ਪਾਸੇ ਫੈਲੀ ਹੋਈ। ਉੱਥੇ ਰਾਏ ਜੋਧ ਦੀ ਜਿਹੜੀ ਪਤਨੀ ਸੀ ਗੁਰੂ ਘਰ ਦੀ ਬੜੀ ਪ੍ਰੇਮਣ ਸੀ। ਪਤਾ ਲੱਗਾ ਛੇਵੇਂ ਪਾਤਸ਼ਾਹ ਜੀ ਕੋਲ ਹੀ ਆਏ ਨੇ। ਇਹ ਵੇਖ ਕਰਕੇ ਮਨ ਦੇ ਵਿੱਚ ਇੱਛਾ ਧਾਰਨ ਕਰਕੇ ਆਪਣੇ ਪਤੀ ਰਾਏ ਜੋਧ ਨੂੰ ਬੜੀ ਹੀ ਗੁਰੂ ਘਰ ਦੀਆਂ ਤਾਰੀਫਾਂ ਸੁਣਾ ਕੇ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਲੈ ਕੇ ਆਈ ਹੈ। ਇਹ ਕਥਾ ਆਪਾਂ ਕੱਲ੍ਹ ਦੇ ਦਿਨਾਂ ਪਿਛਲੇ ਦਿਨਾਂ ਵਿੱਚ ਵਾਚੀ ਸੀ। ਆਓ ਕਿਵੇਂ ਰਾਏ ਜੋਧ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਤੇ ਝੁਕ ਕੇ ਅੱਗੇ ਜੰਗ ਦੀਆਂ ਤਿਆਰੀਆਂ ਹੁੰਦੀਆਂ ਨੇ, ਉਹ ਪ੍ਰਸੰਗ ਆਪਾਂ ਸਰਵਣ ਕਰੀਏ। ਆਓ ਸਾਰਿਆਂ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਾਗਰ ਕਰੀਏ, ਸਤਨਾਮ ਦਾ ਹੋਕਾ ਦਈਏ, ਮਿਲ ਕਰਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕੇ ਚਰਨ ਕਮਲ ਤਰ ਧਾਥ। ਜਦੋਂ ਰਾਏ ਜੋਧ ਆ ਕੇ ਦੀਦਾਰ ਕੀਤੇ ਛੇਵੇਂ ਪਾਤਸ਼ਾਹ ਜੀਆਂ ਦੇ, ਸੱਜਿਆ ਹੋਇਆਂ ਨੂੰ ਵੇਖਿਆ, ਤਖਤ ਦੇ ਉੱਪਰ ਸੱਜੇ ਨੇ, ਵੇਖ ਕਰਕੇ ਬੜਾ ਹੀ ਨਿਹਾਲ ਹੋਇਆ। ਆਉਂਦਿਆਂ ਸਾਰੀ ਸੱਚੇ ਪਾਤਸ਼ਾਹ ਜੀਆਂ ਦੇ ਕਮਲਾਂ ਵਰਗੇ ਚਰਨਾਂ ਉੱਪਰ ਆਪਣੇ ਹੱਥ ਲਾਉਣਾ ਕੀਤੇ ਨੇ। ਹੋਏ ਨਿਮਰ ਪੁਨ ਟੇਕਿਓ ਮਾਥ। ਨਿਮਰਤਾ ਦੇ ਵਿੱਚ ਆ ਕੇ ਸਾਹਿਬ ਜੀਆਂ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਝੁਕਾਉਣਾ ਕੀਤਾ ਹੈ, ਮੱਥਾ ਟੇਕ ਦਿੱਤਾ। ਚਿਤ ਆਵਹਿ ਸਤਿਗੁਰ ਗੁਰ ਕਹਿਓ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰੇ ਚਿੱਤ ਦੇ ਵਿੱਚ ਸਦਾ ਹੀ ਵਾਹਿਗੁਰੂ ਦਾ ਸੱਚਾ ਨਾਮ ਜਿਹੜਾ ਹੈ ਤੇਰੇ ਚਿੱਤ ਦੇ ਵਿੱਚ ਰਹਿਣਾ ਕਰੇ। ਦੇਖਤ ਹੀ ਪ੍ਰਸੰਨ ਹਵੈ ਰਹਿਓ। ਵੇਖ ਕਰਕੇ ਰਾਏ ਜੋਧ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਕੇ ਬੜਾ ਹੀ ਪ੍ਰਸੰਨ ਖੁਸ਼ ਹੋਇਆ ਏ। ਇਕ ਤਾਂ ਢੀਲ ਸਰੀਰ ਬਿਲੰਦ। ਇੱਕ ਤਾਂ ਕਵੀ ਜੀ ਕਹਿੰਦੇ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਸਰੀਰ ਹੈ ਬੜਾ ਹੀ ਤਗੜਾ, ਬੜਾ ਹੀ ਬਲੀ ਹੈ। ਚਰੇ ਜਰਾਓ ਵਿਭੂਖਨ ਬ੍ਰਿੰਦ। ਸੱਚੇ ਪਾਤਸ਼ਾਹ ਜੀਆਂ ਦਾ ਸਰੀਰ ਬੜਾ ਹੀ ਬਲੀ ਹੈ। ਕਹਿੰਦੇ ਸੱਚੇ ਪਾਤਸ਼ਾਹ ਜੀ ਜਦੋਂ ਵੀ ਕਿਤੇ ਸਵਾਰੀ ਕਰਦੇ ਸਨ ਆਪਣੇ ਕੋਲ ਸਦਾ ਹੀ ਦੋ ਤਗੜੇ ਘੋੜਿਆਂ ਨੂੰ ਰੱਖਦੇ ਸਨ, ਕਿਉਂਕਿ ਘੋੜੇ ਥੱਕ ਜਾਂਦੇ ਸਨ। ਸੱਚੇ ਪਾਤਸ਼ਾਹ ਜੀਆਂ ਦਾ ਜੁੱਸਾ ਹੀ ਏਡਾ ਭਾਰੀ ਸੀ। ਤੇ ਫਿਰ ਸੱਚੇ ਪਾਤਸ਼ਾਹ ਜੀ ਇੱਕ ਘੋੜੇ ਤੋਂ ਉਤਰ ਕੇ ਦੂਸਰੇ ਘੋੜੇ ਦੇ ਉੱਪਰ ਸਵਾਰ ਹੁੰਦੇ ਸਨ। ਕਵੀ ਜੀ ਕਹਿੰਦੇ ਜਦੋਂ ਰਾਏ ਜੋਧ ਨੇ ਵੇਖਿਆ ਐਡਾ ਬਲੀ ਸੂਰਮਾ ਗੁਰੂ, ਐਡਾ ਤਗੜਾ ਸਰੀਰ, ਤੇ ਉੱਪਰ ਸੱਚੇ ਪਾਤਸ਼ਾਹ ਜੀਆਂ ਦੇ ਸਰੀਰ ਉੱਪਰ ਬੜੇ ਹੀ ਸੋਹਣੀਆਂ ਜਿਹੜੀਆਂ ਮਾਲਾ ਹਨ, ਗਹਿਣੇ ਹਨ, ਬੜੇ ਸੋਹਣੇ ਵਸਤਰ ਪਾਏ ਹਨ। ਕਮਲ ਪੱਤਰ ਸਮ ਆਜੁਤ ਲੋਚਨ। ਸੱਚੇ ਪਾਤਸ਼ਾਹ ਜੀਆਂ ਦੇ ਜਿਹੜੇ ਨੇਤਰ ਹਨ ਮੰਨਣਾ ਕਰੋ ਜਿਵੇਂ ਕਮਲ ਦੀਆਂ ਪੱਤਰੀਆਂ ਵਰਗੇ ਬੜੇ ਹੀ ਮੋਟੇ ਸੱਚੇ ਪਾਤਸ਼ਾਹ ਜੀਆਂ ਦੇ ਨੇਤਰ ਹਨ। ਕਿਰਪਾ ਕਟਾਖਨ ਸੋਚ ਵਿਮੋਚਨ। ਜਿਹਦੇ ਵੱਲ ਵੀ ਸਾਹਿਬਾਂ ਜੀ ਕਿਰਪਾ ਭਰੀ ਨਿਗਾਹ ਦੇ ਨਾਲ ਵੇਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਹਨ। ਸਤਿਗੁਰ ਬੁੱਝੀ ਕੁਸਲ ਬਤਾਈ। ਸੱਚੇ ਪਾਤਸ਼ਾਹ ਨੇ ਰਾਏ ਜੋਧ ਨੂੰ ਪੁੱਛਿਆ, ਰਾਏ ਜੋਧ ਆਪਣੀ ਕੁਸ਼ਲ ਸੁਖ ਸਾਂਦ ਦੱਸਣੀ ਕਰ। ਸੱਚੇ ਪਾਤਸ਼ਾਹ ਜਦੋਂ ਪੁੱਛਦੇ ਨੇ ਰਾਏ ਜੋਧ ਨੇ ਫਿਰ ਸਾਰੀ ਆਪਣੀ ਸੁਖ ਸਾਂਤ ਉਹ ਸਾਹਿਬਾਂ ਜੀਆਂ ਨੂੰ ਦੱਸਣੀ ਕੀਤੀ ਏ। ਪੁਨ ਸ਼ਸਤਰਨ ਕੀ ਬਾਤ ਚਲਾਈ। ਫਿਰ ਗੁਰੂ ਸਾਹਿਬ ਜੀਆਂ ਦੇ ਕੋਲ ਸ਼ਸਤਰਾਂ ਦੀ ਹਥਿਆਰਾਂ ਦੀਆਂ ਗੱਲਾਂ ਚੱਲੀਆਂ ਨੇ। ਔਰ ਦੁੱਧ ਕੋ ਚੱਲਿਓ ਪ੍ਰਸੰਗ। ਫਿਰ ਹਥਿਆਰਾਂ ਦੀ ਗੱਲਾਂ ਕਰਦੇ ਮਹਾਰਾਜ ਜੀਆਂ ਦੇ ਕੋਲ ਜੰਗ ਯੁੱਧ ਦੇ ਪ੍ਰਸੰਗ ਚੱਲ ਪਏ। ਜੈਸੇ ਭਏ ਸਾਹੋ ਕੇ ਸੰਗ। ਜਿਵੇਂ ਸ਼ਾਹਜਹਾਨ ਦੇ ਨਾਲ ਪਹਿਲੇ ਜੰਗ ਯੁੱਧ ਹੋਏ ਨੇ
ਉਹ ਪ੍ਰਸੰਗ ਸੱਚੇ ਪਾਤਸ਼ਾਹ ਜੀ ਚਲਾਉਂਦੇ ਨੇ। ਇਤਿਆਦਿਕ ਬਹੁ ਬਾਕ ਬਿਲਾਸ, ਇਸ ਤਰ੍ਹਾਂ ਦੇ ਬੜੇ ਹੀ ਬਾਕ ਬਿਲਾਸ ਆਪਸ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਰਦੇ ਹਨ। ਕਰਤ ਰਹੇ ਵਿਦਿਆ ਅਭਿਆਸ, ਵਿਦਿਆ ਦਾ ਅਭਿਆਸ ਵੀ ਮਿਲ ਕਰਕੇ ਕਰਦੇ ਨੇ। ਘਰ ਦੋਏ ਬੈਠਿਓ ਪੁਨ ਗਇਓ, ਫਿਰ 2 ਘੜੀਆਂ ਰਾਏ ਜੋਧ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਬੈਠਾ ਤੇ ਬੈਠ ਕਰਕੇ 2 ਘੜੀਆਂ ਬਾਅਦ ਬਾਹਰ ਨੂੰ ਚਲਾ ਗਿਆ। ਮਨ ਕੇ ਭੱਟ ਹੈ ਦੇਖਤ ਭਇਓ, ਬਾਹਰ ਜਾ ਕੇ ਗੁਰੂ ਦੇ ਜਿਹੜੇ ਸੂਰਮੇ ਹਨ ਬਲੀ ਬਹਾਦਰ ਤੇ ਜਿੰਨੇ ਵੀ ਘੋੜੇ ਹਨ ਉਹਨਾਂ ਸਾਰਿਆਂ ਨੂੰ ਵੇਖਣ ਲੱਗ ਪਿਆ। ਕਰਨ ਉਚਿਤ ਆਛੇ ਸਭ ਹੀਰੇ, ਰਾਜਾ ਜੋਧ ਮਨ ਵਿੱਚ ਵਿਚਾਰਾਂ ਕਰਦਾ ਏ ਵੀ ਇਹ ਤਾਂ ਜੰਗ ਦੀਆਂ ਤਗੜੀਆਂ ਹੀ ਤਿਆਰੀਆਂ ਨੇ, ਬੜੇ ਤਗੜੇ ਸੂਰਮੇ ਨੇ ਤੇ ਬੜੇ ਹੀ ਜੰਗੀ ਘੋੜੇ ਹਨ। ਭਇਓ ਆਨੰਦ ਜੋਧ ਤਿਸ ਡੇਰੇ, ਉਸ ਵੇਲੇ ਰਾਜਾ ਜੋਧ ਇਹਨਾਂ ਕੁਝ ਵੇਖ ਕਰਕੇ ਸੂਰਮਿਆਂ ਦੇ ਝੁੰਡਾਂ ਨੂੰ, ਤਗੜੇ ਘੋੜਿਆਂ ਨੂੰ ਵੇਖ ਕੇ ਰਾਜਾ ਯੋਧ ਬੜਾ ਹੀ ਆਨੰਦ ਵਿੱਚ ਆਇਆ ਏ। ਨਿਜ ਡੇਰੇ ਮਹਿ ਪਹੁੰਚ ਹੋ ਜਾਈ, ਫਿਰ ਉੱਥੋਂ ਤੁਰ ਕੇ ਰਾਜਾ ਯੋਧ ਆਪਣੇ ਡੇਰੇ ਅੰਦਰ ਜਾ ਕੇ ਵੜਿਆ। ਲੱਗੀ ਲਗਨ ਗੁਰ ਕੀ ਸੁਖਦਾਈ, ਹਿਰਦੇ ਵਿੱਚ ਫਿਰ ਗੁਰੂ ਸਾਹਿਬ ਜੀਆਂ ਦੀ ਬੜੀ ਹੀ ਲਗਨ ਜਿਹੜੀ ਹੈ ਉਹ ਰਾਏ ਜੋਧ ਅੰਦਰ ਲੱਗ ਗਈ ਏ। ਸਮੈ ਕੰਤ ਪਾਏ ਤਿਸ ਦਾਰਾ, ਉਸ ਵੇਲੇ ਸਮਾਂ ਪਾ ਕੇ ਰਾਏ ਜੋਧ ਦੀ ਜਿਹੜੀ ਇਸਤਰੀ ਸੀ, ਪਤਨੀ ਸੀ, ਆਨ ਗੁਰੂ ਕੋ ਦਰਸ ਨਿਹਾਰਾ, ਆ ਕੇ ਗੁਰੂ ਸਾਹਿਬ ਜੀਆਂ ਦੇ ਰਾਏ ਜੋਧ ਦੀ ਪਤਨੀ ਨੇ ਵੀ ਦਰਸ਼ਨ ਕੀਤੇ ਨੇ। ਮੈਂ ਤੁਮਰੇ ਸਿਖ ਕੀ ਹੋ ਤਨਿਆ, ਕਹਿਣ ਲੱਗੀ ਏ ਸੱਚੇ ਪਾਤਸ਼ਾਹ ਮੈਂ ਤੁਹਾਡੇ ਸਿੱਖ ਦੀ ਹੀ ਕੰਨਿਆ ਹਾਂ। ਗੁਰੂ ਮਹਾਤਮ ਦੀਰਘ ਸੁਨਿਆ, ਮੈਂ ਗੁਰੂ ਘਰ ਦਾ ਬੜਾ ਹੀ ਮਹਾਤਮ ਸੁਣਿਆ ਏ, ਗੁਰੂ ਘਰ ਦਾ ਬੜਾ ਹੀ ਜਸ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਈ ਹਾਂ। ਮਨ ਬਾਛਤ ਹੀ ਕੇਤਕ ਬਾਰ, ਤੇ ਕਈ ਵਾਰ ਹੀ ਜਿਹੜੀ ਮਨ ਭਾਉਂਦੀ ਮੇਰੀ ਇੱਛਾ ਸੀ, ਆਮ ਬਿਤ ਪਾਇ ਅਹੋ ਗੁਰ ਦਰਬਾਰ, ਤੇ ਜੋ ਵੀ ਮੇਰੇ ਮਨ ਦੀ ਇੱਛਾ ਸੀ ਜਾਂ ਮੇਰੇ ਪਿਤਾ ਦੇ ਮਨ ਦੀ ਇੱਛਾ ਸੀ, ਸੱਚੇ ਪਾਤਸ਼ਾਹ ਤੁਹਾਡੇ ਦਰ ਤੇ ਆ ਕੇ ਸਾਰੀਆਂ ਹੀ ਇੱਛਾ ਪੂਰੀਆਂ ਹੋਈਆਂ ਨੇ। ਬਰਾਬਰ ਪਿਤਾ ਨਿਕਟ ਸੋ ਜਾਏ, ਮੇਰੇ ਜਿਹੜੇ ਪਿਤਾ ਜੀ ਹਨ ਉਹ ਸਦਾ ਹੀ ਤੁਹਾਡੇ ਪਿਤਾ ਭਾਵ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਜਾ ਕੇ ਆਪਣੀਆਂ ਇੱਛਾ ਪੂਰੀਆਂ ਕਰਵਾਉਂਦੇ ਸਨ ਤੇ ਸੇਵਾ ਕਰਦੇ ਸਨ। ਕਾਲ ਕੇ ਸਿੱਖ ਸੁਖ ਪਾਏ, ਅਸੀਂ ਬੜੇ ਹੀ ਲੰਮੇ ਸਮੇਂ ਦੇ ਤੁਹਾਡੇ ਦਰ ਘਰ ਦੇ ਸਿੱਖ ਹਾਂ ਤੇ ਬੜੇ ਹੀ ਸੁੱਖ ਤੁਹਾਡੇ ਦਰ ਤੋਂ ਪਾਏ ਨੇ। ਮੈਂ ਸਸੁਰਾਰ ਹੁਤੇ ਸਿੱਖ ਗੁਰ ਕੇ, ਪਰ ਸੱਚੇ ਪਾਤਸ਼ਾਹ ਜਿਹੜਾ ਮੇਰਾ ਪੇਕਾ ਪਰਿਵਾਰ ਏ ਉਹ ਤੇ ਤੁਹਾਡੇ ਦਰ ਦਾ ਸਿੱਖ ਹੈ, ਤੁਹਾਡੇ ਦਰ ਦੀ ਸੇਵਾ ਕਰਦਾ ਏ, ਪਰ ਆ ਜਿਹੜਾ ਮੇਰਾ ਸਹੁਰਾ ਪਰਿਵਾਰ ਏ ਇਹ ਗੁਰੂ ਘਰ ਦੇ ਸਿੱਖ ਨਹੀਂ ਹਨ। ਗੁਰੂ ਦੇ ਘਰ ਦੇ ਨਾਲ ਮੇਰੇ ਸਹੁਰੇ ਪਰਿਵਾਰ ਦੀ ਕੋਈ ਵੀ ਪ੍ਰੀਤੀ ਨਹੀਂ। ਬਾਰ ਬਾਰ ਗੁਰ ਗੁਣ ਕਹਿ ਕਰਕੇ, ਇਦਾਂ ਵਾਰ-ਵਾਰ ਗੁਰੂ ਸਾਹਿਬ ਜੀਆਂ ਦੇ ਗੁਣਾਂ ਨੂੰ ਗਾਉਂਦੀ ਏ। ਆਨ ਆਪ ਕੇ ਪਗ ਦਰਸਾਏ, ਸੱਚੇ ਪਾਤਸ਼ਾਹ ਜੀ ਆ ਕੇ ਤੁਹਾਡੇ ਗੁਣਾਂ ਨੂੰ ਸੁਣ ਕੇ ਤੁਹਾਡੇ ਚਰਨਾਂ ਨੂੰ ਆ ਕੇ ਪਰਸਿਆ ਹੈ। ਕਰਹੁ ਸਿੱਖ ਅਬ ਇਹ ਸਮਝਾਏ, ਹੁਣ ਮੇਰਾ ਜਿਹੜਾ ਸਹੁਰਾ ਪਰਿਵਾਰ ਏ, ਮੇਰਾ ਪਤੀ ਤੁਹਾਡੇ ਕੋ ਆਇਆ ਰਾਜਾ ਜੋਧ, ਇਹਨੂੰ ਵੀ ਸਮਝਾ ਕੇ ਆਪਣੇ ਦਰ ਘਰ ਦਾ ਸਿੱਖ ਹੀ ਬਣਾ ਲਵੋ। ਸੁਨ ਸਤਿਗੁਰੂ ਖੁਸ਼ੀ ਬਹੁ ਕਰਕੇ, ਏਦਾਂ ਸੁਣ ਕੇ ਸੱਚੇ ਪਾਤਸ਼ਾਹ ਜੀ ਬੜੀ ਹੀ ਖੁਸ਼ੀ ਦੇ ਵਿੱਚ ਆਏ ਹਨ। ਦੀਨ ਸਬਾਰ ਬਾਜ ਮਿਰਦਲ ਉਚਰ ਕੇ, ਮਹਾਰਾਜ ਜੀ ਆਪਣੇ ਮੁਖ ਦੇ ਵਿੱਚੋਂ ਮਿਹਰ ਭਰੇ ਬਚਨ ਬੋਲਦੇ ਨੇ। ਤੋਹੇ ਬੰਸ ਬੰਡ ਸਿੱਖੀ ਪਾਵੇ, ਸੱਚੇ ਪਾਤਸ਼ਾਹ ਕਹਿਣ ਲੱਗੇ ਪੁੱਤਰੀ ਤੇਰੇ ਘਰ ਦੇ ਵਿੱਚ, ਤੇਰੀ ਵੰਸ਼ ਦੇ ਵਿੱਚ ਬੜੀ ਹੀ ਤਗੜੀ ਮਹਾਨ ਸਿੱਖੀ ਰਹਿਣਾ ਕਰੇਗੀ। ਹੁਣ ਸੰਗਤ ਜੀ ਇੱਥੇ ਆਪਾਂ ਜਿੰਨਾ ਵੀ ਪੁਰਾਣੀ ਵੀ ਸਾਖੀ ਸੁਣੀ ਹੈ, ਜਿਵੇਂ ਉਸ ਤਰੀਕੇ ਨਾਲ ਜਿਵੇਂ ਭਾਈ ਸਾਧੂ ਦੀ ਉਹਨਾਂ ਦੀ ਵੀ ਪਤਨੀ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰਾ ਜਿਹੜਾ ਏਕਾ ਪਰਿਵਾਰ ਹੈ ਤੁਹਾਡੇ ਦਰ ਦਾ ਸਿੱਖ ਹੈ,
ਪਰ ਮੇਰਾ ਸਹੁਰਾ ਪਰਿਵਾਰ ਇਹ ਮੜੀਆਂ ਵਾਲਿਆਂ ਨੂੰ ਪੂਜਦੇ ਨੇ। ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਿੱਖੀ ਨਾਲ ਜੋੜ ਲਓ। ਫਿਰ ਭਾਈ ਸਾਧੂ ਨੂੰ ਸਿੱਖੀ ਨਾਲ ਜੋੜ ਕੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ। ਜੋ ਭਾਈ ਉਹਦੇ ਘਰ ਵਿੱਚ ਜਦੋਂ ਪੁੱਤਰ ਦਾ ਜਨਮ ਹੋਇਆ, ਗੁਰੂ ਘਰ ਦਾ ਬੜਾ ਹੀ ਤਗੜਾ ਸਿੱਖ ਨਿਕਲਿਆ ਭਾਈ ਰੂਪਾ। ਇਸ ਦੇ ਕੇ ਨਾ ਆਪਾਂ ਇਤਿਹਾਸ ਵੇਖਦੇ ਹਾਂ, ਜਿੰਨਾ ਵੀ ਮਾਲਵੇ ਦਾ, ਜਿੰਨਿਆਂ ਵੀ ਸਿੱਖੀ ਮਾਲਵੇ ਦੇਸ਼ ਦੇ ਵਿੱਚ ਆਈ ਹੈ, ਸਾਰੀ ਸਿੱਖੀ ਨੂੰ ਇਸਤਰੀਆਂ ਨੇ ਲਿਆਉਣਾ ਕੀਤਾ ਹੈ। ਪਹਿਲੇ ਅਧਿਆਏ ਵਿੱਚ ਵੀ ਆਪਾਂ ਐਵੇਂ ਸਰਵਣ ਕੀਤਾ। ਹੁਣ ਅੱਗੇ ਵੀ ਰਾਏ ਜੋਧ ਦੀ ਪਤਨੀ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਇਹ ਰਾਏ ਜੋਧ ਗੁਰੂ ਦੀ ਸਿੱਖੀ ਤੋਂ ਬੜਾ ਦੂਰ ਹੈ, ਕਿਰਪਾ ਕਰੋ ਸਿੱਖੀ ਬਖਸ਼ੋ। ਇੱਥੇ ਵੀ ਇੱਕ ਬੀਬੀ ਨੇ ਸਿੱਖੀ ਮੰਗੀ। ਸੰਗਤ ਜੀ, ਬੀਬੀਆਂ ਦਾ, ਇਸਤਰੀਆਂ ਦਾ ਜੀਵਨ ਜੇ ਕਰਕੇ ਉੱਚਾ ਸੁੱਚਾ ਹੋਵੇ ਨਾ, ਘਰ ਦੇ ਵਿੱਚ ਸੰਤਾਨ ਵੀ ਉੱਚੇ ਸੁੱਚੇ ਜੀਵਨ ਵਾਲੀ ਹੋਵੇਗੀ। ਕਿਉਂਕਿ ਘਰ ਦੇ ਵਿੱਚ ਇੱਕ ਇਸਤਰੀ ਐਸੀ ਹੁੰਦੀ ਹੈ ਜਿਹੜੇ ਟੁੱਟਿਆਂ ਨੂੰ ਗੁਰੂ ਦੇ ਨਾਲ ਜੋੜ ਲੈਂਦੇ ਹਨ। ਇਵੇਂ ਮਾਲਵੇ ਦੇਸ਼ ਦੇ ਵਿੱਚ ਜਿੰਨੀ ਵੀ ਸਿੱਖੀ ਆਈ, ਇਹ ਸਾਰੀ ਬੀਬੀਆਂ ਦਾ ਗੁਰੂ ਘਰ ਦੇ ਨਾਲ ਪ੍ਰੇਮ ਹੋਣ ਕਰਕੇ ਗੁਰੂ ਘਰ ਦੇ ਵਿੱਚ ਸਿੱਖੀ ਆਉਣਾ ਕੀਤੀ ਹੈ। ਇਸੇ ਤਰੀਕੇ ਨਾਲ ਰਾਏ ਜੋਧ ਦੀ ਪਤਨੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਸਿੱਖੀ ਨਹੀਂ, ਸਹੁਰੇ ਪਰਿਵਾਰ ਵਿੱਚ। ਮਹਾਰਾਜ ਮੇਰ ਦੇ ਘਰ ਵਿੱਚ ਆਏ, ਕਹਿਣ ਲੱਗੇ ਬੀਬੀ ਤੇਰੇ ਘਰ ਦੇ ਵਿੱਚ ਸਦਾ ਹੀ ਸਿੱਖੀ ਆਬਾਦ ਰਹੇਗੀ। ਜਗਤ ਮਹਿ ਬਹੁ ਵਿਦ ਤਾਵੈ, ਤੇਰੇ ਘਰ ਦੇ ਵਿੱਚ ਬੜੇ ਤਗੜੇ ਸੂਰਮੇ ਪੈਦਾ ਹੋਣਗੇ, ਗੁਰੂ ਘਰ ਦੇ ਸਿੱਖ ਹੋਣਗੇ, ਜਗਤ ਦੇ ਵਿੱਚ ਸਦਾ ਹੀ ਫਤਿਹ ਨੂੰ ਹਾਸਲ ਕਰਨਗੇ। ਦਸਮ ਰੂਪ ਮੇਰੋ ਜਬ ਹੋਏ, ਜਦੋਂ ਅਸੀਂ ਆਪਣਾ 10ਵਾਂ ਚੋਲਾ ਧਾਰਨ ਕਰਾਂਗੇ, ਭਾਵ 10ਵੇਂ ਪਾਤਸ਼ਾਹ ਵੱਲ ਸੰਕੇਤ ਕਰਦੇ ਨੇ, ਜਦੋਂ ਅਸੀਂ 10ਵੇਂ ਜਾਮੇ ਦੇ ਵਿੱਚ ਆਵਾਂਗੇ। ਗੁਰ ਸਿੱਖ ਜੋਏ, ਤੇ ਜਿਹੜੇ ਤੇਰੇ ਪੋਤਰੇ ਹਨ ਉਹ ਗੁਰੂ ਘਰ ਦੇ ਬੜੇ ਤਗੜੇ ਸਿੱਖ ਹੋਣਗੇ। ਲੈ ਆਵਹਿਗੇ ਸਦਨ ਮਝਾਰੇ, ਫਿਰ 10ਵੇਂ ਜਾਮੇ ਦੇ ਵਿੱਚ ਸਾਨੂੰ ਆਪਣੇ ਘਰ ਦੇ ਵਿੱਚ ਲੈ ਆਉਣਗੇ। ਜਿਵੇਂ 10ਵੇਂ ਪਾਤਸ਼ਾਹ ਜੀ ਹਨ, ਦੀਨੇ ਕਾਂਗੜ ਵਿੱਚ ਆਪਾਂ ਪਹਿਲਾਂ ਵੀ ਹੁਣੇ ਸਰਵਣ ਕੀਤਾ ਹੈ। ਜਦੋਂ ਔਰੰਗਜ਼ੇਬ ਨੇ ਸੱਚੇ ਪਾਤਸ਼ਾਹ ਉੱਪਰ ਜ਼ੁਲਮਾਂ ਦੀ ਝੜੀ ਲਾ ਦਿੱਤੀ, ਪਰ ਕਲਗੀਧਰ ਪਾਤਸ਼ਾਹ ਡੋਲੇ ਨਹੀਂ। ਦੀਨੇ ਕਾਂਗੜ ਦੇ ਵਿੱਚ ਪਹੁੰਚੇ, ਔਰੰਗਜ਼ੇਬ ਨੂੰ ਜਦੋਂ ਸੋਝੀ ਪਈ ਕਿ ਸੱਚੇ ਪਾਤਸ਼ਾਹ ਦੀਨੇ ਕਾਂਗੜ ਵਿੱਚ ਨੇ, ਬੜੀਆਂ ਚਿੱਠੀਆਂ ਭੇਜੀਆਂ ਸੱਚੇ ਪਾਤਸ਼ਾਹ ਵੀ ਮੈਂ ਗੱਲਾਂ ਦੇ ਵਿੱਚ ਆ ਗਿਆ ਸਾਂ, ਮੈਨੂੰ ਮਾਫੀ ਦੇ ਦੇਵੋ। ਪਰ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਫਰਨਾਮਾ, ਜਿਹਨੂੰ ਜਿੱਤ ਦੀ ਚਿੱਠੀ ਲਿਖਦੀ ਹੈ, ਜਿੱਤ ਦੀ ਚਿੱਠੀ ਕਿਹਾ ਜਾਂਦਾ ਹੈ ਜਫਰਨਾਮਾ, ਮਹਾਰਾਜ ਜੀ ਨੇ ਫਾਰਸੀ ਦੇ ਵਿੱਚ ਲਿਖ ਕਰਕੇ ਔਰੰਗਜ਼ੇਬ ਵੱਲ ਭੇਜਿਆ ਦੀਨੇ ਕਾਂਗੜ ਵਿੱਚ। ਜਦੋਂ ਜਿੱਤ ਦੀ ਚਿੱਠੀ ਲਿਖ ਕੇ ਭੇਜੀ, ਔਰੰਗਜ਼ੇਬ ਦੇ ਅੱਗੇ ਜਦੋਂ ਚਿੱਠੀ ਪੜ੍ਹੀ ਗਈ, ਵੇਖ ਕੇ ਬੜਾ ਹੈਰਾਨ ਹੋਇਆ ਮਨ ਅੰਦਰ ਵੀ ਇਹ ਗੁਰੂ ਸਾਰਾ ਕੁਝ ਇਹਦਾ ਮੈਂ ਖੋਹ ਲਿਆ, ਪੁੱਤਰ ਇਹਦੇ ਘਰ 'ਚ ਨਹੀਂ ਰਹਿਣ ਦਿੱਤੇ, ਆਨੰਦਪੁਰ ਦਾ ਕਿਲਾ ਨਹੀਂ ਇਹਦੇ ਕੋਲ ਰਹਿਣ ਦਿੱਤਾ, ਫਿਰ ਵੀ ਇੰਨੀ ਚੜ੍ਹਦੀ ਕਲਾ ਦੇ ਗੀਤ ਗਾਉਂਦਾ ਏ। ਵੇਖ ਕਰਕੇ ਔਰੰਗਜ਼ੇਬ ਦੀ ਉਸੇ ਥਾਂ ਤੇ ਹੀ ਮੌਤ ਹੋ ਗਈ ਸੀ। ਉਹ ਜਿਹੜਾ ਜਫਰਨਾਮਾ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਨਾਂ ਰਾਏ ਜੋਧ ਦੇ ਘਰ ਵਿੱਚ ਆ ਕੇ ਹੀ ਦੀਨੇ ਕਾਂਗੜ ਵਿੱਚ ਲਿਖਣਾ ਕੀਤਾ ਸੀ। ਉਹਦੇ ਬਾਬਤ ਸੱਚੇ ਪਾਤਸ਼ਾਹ ਜੀ ਇੱਥੇ ਸੰਕੇਤ ਦਿੰਦੇ ਨੇ ਕਿ ਜਦੋਂ ਅਸੀਂ ਆਪਣਾ 10ਵਾਂ ਜਾਮਾ ਧਾਰਨ ਕਰਾਂਗੇ, ਉਸ ਵੇਲੇ ਤੁਹਾਡੇ ਜਿਹੜੇ ਪੋਤਰੇ ਹੋਣਗੇ, ਉਧਰੋਂ ਫਿਰ ਮੇਰੇ ਪੋਤਰੇ ਹੋਣਗੇ, ਉਹ ਮਿਲ ਕਰਕੇ ਇਸ ਘਰ ਦੇ ਵਿੱਚ ਆਉਣਾ ਕਰਨਗੇ। ਸੇਵਾ ਕਰ ਹੈ ਸੰਜ ਸਕਾਰੇ, ਤੇ ਸਾਡੇ 10ਵੇਂ ਜਾਮੇ ਦੀ ਸੇਵਾ ਕਰਕੇ ਤੁਹਾਡੇ ਪੋਤਰੇ ਗੁਰੂ ਘਰ ਦੇ ਨਾਲ ਬੜੀ ਹੀ ਸਾਂਝ ਪਾਉਣਾ ਕਰਨਗੇ। ਤਬ ਮੈਂ ਤੁਮਰੋ ਬੰਸ ਉਧਾਰੋ, ਉਸ ਵੇਲੇ ਫਿਰ ਮੈਂ ਤੇਰੀ ਬੰਸ ਦਾ ਉਧਾਰ ਕਰਨਾ ਕਰਾਂਗਾ। ਉਹ ਵਡਿਆਈ ਦੇਸ ਵਿਥਾਰੋ, ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇਰੀ ਕੁਲ ਦੀ ਬੜੀ ਹੀ ਵਡਿਆਈ ਹੋਵੇਗੀ। ਸੁਣ ਕਰ ਦੇ ਆਨੰਦਤ ਹੋਈ, ਇੰਨੀ ਗੱਲ ਨੂੰ ਸੁਣ ਕੇ ਰਾਏ ਜੋਧ ਦੀ ਪਤਨੀ ਮਨ ਦੇ ਵਿੱਚ ਬੜੀ ਹੀ ਆਨੰਦ ਦੇ ਸਹਿਤ ਹੋਈ ਹੈ। ਨਮੋ ਕੀਨ ਪਗ ਪੰਕਜ ਦੋਈ, ਬੜੀ ਨਿਮਰਤਾ ਵਿੱਚ ਆ ਕੇ ਮਹਾਰਾਜ ਜੀਆਂ ਦੇ ਚਰਨਾਂ ਉੱਪਰ, ਕਮਲਾਂ ਵਰਗੇ ਚਰਨਾਂ ਉੱਪਰ ਨਮਸਕਾਰ ਕੀਤੀ ਏ। ਏਤਕ ਦਿਨ ਗਹਿ ਕਰ ਗੁਰ ਪਾਸ,
ਤੇ ਕੁਝ ਕੁ ਦਿਨ ਉੱਥੇ ਹੀ ਰਾਜਾ ਜੋਧ ਤੇ ਉਹਦੀ ਪਤਨੀ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਰਹੇ ਨੇ। ਪਤ ਕੋ ਤਜ ਪੁਨ ਗਈ ਆਵਾਸ। ਫਿਰ ਰਾਏ ਜੋਧ ਨੂੰ ਉੱਥੇ ਛੱਡ ਕੇ ਆਪਣੇ ਘਰ ਨੂੰ ਵਾਪਸ ਚਲੀ ਗਈ। ਰਹਿਓ ਜੋਤ ਗੁਰ ਟਿਕ ਨਿਤ ਆਵੈ। ਰਾਜਾ ਜੋਧ ਕਲਗੀਧਰ ਪਾਤਸ਼ਾਹ ਜੀਆਂ ਦੇ ਚਰਨਾਂ ਦਾ ਜਿੰਨੇ ਅੱਗੇ ਜਾ ਕੇ ਪਰਿਵਾਰ ਨੇ ਭੋਰਾ ਬਣਨਾ ਏ, ਉਹ ਰਾਜਾ ਜੋਧ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆ ਕੇ ਦਰਸ਼ਨ ਕਰਦਾ ਏ ਅਨਕ ਪ੍ਰਸੰਗਨ ਸੁਨਹਿ ਸੁਨਾਵੈ। ਤੇ ਬੜੇ ਹੀ ਪ੍ਰਸੰਗ ਛੇਵੇਂ ਪਾਤਸ਼ਾਹ ਜੀਆਂ ਦੇ ਕੋਲ ਆ ਕਰਕੇ ਸੁਣਾਉਂਦਾ ਏ ਤੇ ਮਹਾਰਾਜ ਜੀਆਂ ਦੇ ਕੋਲੋਂ ਸੁਣਨਾ ਕਰਦਾ ਏ। ਗੁਰ ਸਾਰਥ ਸੁਨ ਸੁਬਟਨ ਕੀਰੇ। ਫਿਰ ਜਿੰਨੇ ਸੂਰਮੇ ਨੇ ਸਾਰਿਆਂ ਕੋਲੋਂ ਕਲਗੀਧਰ ਪਾਤਸ਼ਾਹ ਜੀਆਂ ਦੇ ਦਰ ਘਰ ਦੀ ਵਡਿਆਈ ਸੁਣਦਾ ਏ। ਛੇਵੇਂ ਪਾਤਸ਼ਾਹ ਜੀਆਂ ਦੇ ਜੰਗ ਯੁੱਧ ਦੇ ਪ੍ਰਸੰਗਾਂ ਨੂੰ ਸੁਣਨਾ ਕਰਦਾ ਏ। ਮਾਰਿਓ ਲਸਕਰ ਸਾਹੁ ਕਨੇਰੇ। ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਸਿੱਖ ਕਰਦੇ ਨੇ। ਕਹਿਣ ਲੱਗੇ ਰਾਏ ਜੋਧ, ਇਹ ਗੁਰੂ ਸਾਹਿਬ ਜੀਆਂ ਨੇ ਸ਼ਾਹਜਹਾਨ ਦੇ ਬੜੇ ਲਸ਼ਕਰ ਚੜ੍ਹ ਕੇ ਆਏ ਸਨ। ਸਾਰੀ ਹੀ ਜਿਹੜੀ ਫੌਜ ਸੀ ਸ਼ਾਹਜਹਾਨ ਦੀ, ਇਹ ਗੁਰੂ ਨੇ ਆਪਣੇ ਬਲ ਦੇ ਨਾਲ ਮਿੱਟੀ ਦੇ ਵਿੱਚ ਮਿਲਾ ਸੁੱਟੀ ਸੀ। ਸਬਤ ਹਜ਼ਾਰ ਸੁਧਾ ਸਰ ਮਾਰੇ। ਬੜੀ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਾਹਜਹਾਨ ਦੀ ਫੌਜ ਚੜ੍ਹ ਕੇ ਆਈ ਸੀ, ਪਰ ਗੁਰੂ ਦੇ ਪ੍ਰਤਾਪ ਅੱਗੇ ਕਿਹੜਾ ਟਿਕੇ। ਗੁਰੂ ਨੇ ਆਪਣੇ ਪ੍ਰਤਾਪ ਨਾਲ ਸਾਰੇ ਹੀ ਜਿਹੜੇ ਵੈਰੀ ਸਨ ਇਸ ਮਿੱਟੀ ਦੇ ਵਿੱਚ ਰਲਾ ਦਿੱਤੇ ਨੇ। ਗਏ ਭਗੈਲ ਬਚੇ ਰਨਹਾਰੇ। ਤੇ ਜਿਹੜੇ ਵੀ ਬਚ ਗਏ ਨੇ ਉਹ ਡਰਦੇ ਮਾਰੇ ਭੱਜ ਗਏ, ਤੇ ਜਿਹੜੇ ਗੁਰੂ ਨਾਲ ਅੜੇ ਸੋ ਝੜੇ ਸਰਨ ਪਰੇ ਸੋ ਤਰੇ। ਜਿਹੜਾ ਗੁਰੂ ਦੇ ਨਾਲ ਅੜ ਗਿਆ ਫਿਰ ਗੁਰੂ ਦੇ ਵਾਰ ਦੇ ਨਾਲ ਉਸੇ ਜਗ੍ਹਾ ਤੇ ਨਾਸ਼ ਹੋ ਗਏ ਸਨ। 10 ਅਰ 5 ਹਜ਼ਾਰ ਬਹੋਰੀ। ਫਿਰ 15,000 ਫੌਜ ਜਿਹੜੀ ਸੀ ਉਹ ਗੁਰੂ ਉੱਪਰ ਚੜ੍ਹ ਕਰਕੇ ਆਈ ਸੀ। ਇਸ ਕਰ ਜੱਡ ਆਏ ਹਮ ਓਰੀ। ਬੜਾ ਹੀ ਰਿਸ ਗੁੱਸਾ ਧਾਰ ਕੇ ਸਾਡੇ ਉੱਪਰ ਚੜ੍ਹ ਕੇ ਆਏ ਸਨ। ਕਹਾਂ ਖੇਤ ਐਸੋ ਕੁਛ ਭਇਓ। ਫਿਰ ਉਸੇ ਰਣ ਭੂਮੀ ਦੇ ਅੰਦਰ ਵੀ ਇਸੇ ਤਰੀਕੇ ਦੇ ਨਾਲ ਦੂਸਰੇ ਯੁੱਧ ਦੇ ਸਮੇਂ ਵੀ ਐਵੇਂ ਹੀ ਹੋਣਾ ਕੀਤਾ ਸੀ। ਭਾਜਿਓ ਬਚਿਓ ਅਰਿਓ ਮਰ ਗਇਓ। ਫਿਰ ਦੂਜੇ ਯੁੱਧ ਦੇ ਵੇਲੇ ਵੀ ਜਿਹੜਾ ਵੀ ਗੁਰੂ ਨਾਲ ਅੜਿਆ ਉਸੇ ਜਗ੍ਹਾ ਤੇ ਮਰ ਗਿਆ, ਤੇ ਜਿਹੜਾ ਗੁਰੂ ਦੇ ਕੋਲੋਂ ਭੱਜ ਗਿਆ ਉਹ ਬਚ ਗਿਆ ਸੀ। ਜੋਧ ਸਾਹੋ ਸੁਨ ਵੀਰ ਵਿਸਾਲਾ। ਫਿਰ ਰਾਏ ਜੋਧ ਸੁਣ ਕੇ ਅੰਦਰ ਬੜਾ ਹੀ ਭਾਰੀ ਜਿਹੜਾ ਵੀਰ ਰਸ ਖੜਾ ਉੱਠਿਆ। ਜੇ ਮੈਂ ਹੋਵਤ ਤਿਸ ਕਾਲਾ। ਕਹਿਣ ਲੱਗਾ ਸੱਚੇ ਪਾਤਸ਼ਾਹ, ਜੇ ਉਸ ਸਮੇਂ ਤੁਹਾਡੀ ਜੰਗ ਯੁੱਧਾਂ ਦੇ ਵਿੱਚ ਤੁਹਾਡੇ ਕੋਲ ਹੁੰਦਾ, ਤੁਮ ਬਲ ਤੇ ਕਮਸਾਨ ਕਨੇਰਾ। ਤੁਹਾਡਾ ਮੇਰੀ ਕੰਡ ਦੇ ਉੱਪਰ ਥਾਪੜਾ ਹੁੰਦਾ ਸੱਚੇ ਪਾਤਸ਼ਾਹ, ਤੇ ਬੜਾ ਹੀ ਭਾਰੀ ਯੁੱਧ ਮਚਣਾ ਸੀ। ਰਾਜ ਸੰਗਰ ਕੋ ਕਰਤਨ ਬੇਰਾ। ਜਿੰਨੇ ਵੀ ਪਾਪੀ ਤੁਹਾਡੇ ਉੱਪਰ ਚੜ੍ਹ ਕੇ ਆਏ ਭਾਰੀ ਯੁੱਧ ਮਚਣਾ ਸੀ। ਸਾਰੇ ਇਸ ਧਰਤੀ ਦੇ ਵਿੱਚ ਰੁਲ ਜਾਣੇ ਸੀ, ਨਬੇੜਾ ਹੋ ਜਾਣਾ ਸੀ। ਤੁਮ ਸਮਤਾ ਕੋ ਕਰਹਿ ਨਾ ਕੋਈ। ਪਰ ਸੱਚੇ ਪਾਤਸ਼ਾਹ ਤੁਹਾਡੀ ਬਰਾਬਰੀ ਇਸ ਦੁਨੀਆ ਦੇ ਵਿੱਚ ਭਾਵੇਂ ਜਿੱਡਾ ਮਰਜੀ ਬਲੀ ਸੂਰਮਾ ਹੈ, ਤੁਹਾਡੀ ਬਰਾਬਰੀ ਕੋਈ ਵੀ ਕਰ ਨਹੀਂ ਸਕਿਆ। ਸੇਵਤ ਮੈਂ ਜੇਤੋ ਬਲ ਹੋਈ। ਤੇ ਮੇਰੇ ਵਿੱਚ ਜਿੰਨਾ ਵੀ ਬਲ ਹੋਵੇਗਾ ਤੁਹਾਡੇ ਦਰ ਘਰ ਦੀ ਸੇਵਾ ਕਰਾਂਗਾ। ਸ੍ਰੀ ਹਰਿ ਗੋਬਿੰਦ ਚੰਦ ਬਖਾਨਾ। ਫਿਰ ਸ਼੍ਰੋਮਣੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਚੰਦਰਮਾ ਦੀ ਨਿਆਈ ਸਾਰੀ ਜਗਤ ਨੂੰ ਠੰਡ ਵਰਤਾਉਣ ਵਾਲੇ ਆਪਣੇ ਮੁਖ ਦੇ ਵਿੱਚੋਂ ਬਚਨ ਕਹੇ ਨੇ। ਜੋਧ ਸਾਹੋ ਤੂੰ ਜੋਧ ਮਹਾਨਾ। ਏ ਰਾਏ ਜੋਧ, ਤੂੰ ਬੜਾ ਹੀ ਮਹਾਨ ਯੋਧਾ ਹੈ। ਅਮਰੋ ਕਾਰ ਪਰਹੇ ਜਬ ਆਈ। ਜਦੋਂ ਸਾਡੇ ਉੱਪਰ ਕੋਈ ਵੀ ਵੈਰੀ ਚੜ੍ਹ ਕੇ ਆਇਆ, ਸਾਨੂੰ ਕੋਈ ਵੀ ਜਦੋਂ ਕੰਮ ਪੈਣਾ ਕੀਤਾ, ਉਚਿਤ ਤੋਹੀ ਕੋ ਹੋਨ ਸਹਾਈ। ਫਿਰ ਉਸ ਵੇਲੇ ਉਚਿਤ ਹੀ ਹੈ ਤੂੰ ਸਾਡੀ ਸਹਾਇਤਾ ਕਰਨੀ ਕਰੇਗਾ। ਤੁਰਕ 70 ਹਤਬੇ ਕੀ ਜੋਗ। ਤੂੰ ਬੜਾ ਹੀ ਮਹਾਨ ਯੋਧਾ ਹੈ। ਉਸ ਵੇਲੇ ਰਣ ਭੂਮੀ ਦੇ ਅੰਦਰ ਆ ਕੇ ਜਿੰਨੇ ਵੀ ਸਾਡੇ ਵੈਰੀ ਨੇ ਸਾਰਿਆਂ ਦੇ ਸਤਰ ਵਿਛਾ ਸੁੱਟੇਗਾ। ਰਾਜ ਤੇਜ ਇਨ ਸਭ ਸ਼ੈ ਹੋਗ। ਇਹ ਜਿਹੜੇ ਮਲੇਸ਼ ਹਨ, ਇਹਨਾਂ ਮਲੇਸ਼ਾਂ ਦਾ ਜਿੰਨਾ ਵੀ ਰਾਜ ਹੈ
ਇਸ ਧਰਤੀ ਦੇ ਉੱਪਰੋਂ ਖੋਹ ਲੈਣਾ ਕਰਾਂਗੇ। ਗੁਰੂ ਪੀਰ ਕੋ ਲਖੇ ਨਾ ਮੂੜੇ। ਇਹ ਜਿੰਨੇ ਵੀ ਮਲੇਸ਼ ਹਨ, ਇਹ ਗੁਰੂ ਪੀਰ ਦੀ ਜਿਹੜੀ ਤਾਕਤ ਤੇ ਸ਼ਮਤਾ ਏ, ਇਹ ਜਾਣਨਾ ਨਹੀਂ ਕਰਦੇ। ਛਿਤ ਸ਼ੀਨੋ ਕਰ ਤੁਰਕਨ ਕੂੜੇ। ਹੁਣ ਛੇਤੀ ਦੇ ਨਾਲ ਹੀ ਇਹਨਾਂ ਤੁਰਕਾਂ ਦੇ ਕੋਲੋਂ ਇਸ ਧਰਤੀ ਦਾ ਰਾਜ ਖੋਹ ਲੈਣਾ ਕਰਾਂਗੇ। ਸਨੇ ਸਨੇ ਮਮ ਸਿੱਖ ਹਮੈ ਰਾਜੇ। ਤੇ ਹੌਲੀ ਹੌਲੀ ਕਰਕੇ ਮੇਰੇ ਜਿੰਨੇ ਵੀ ਸਿੱਖ ਹਨ, ਉਹ ਸਾਰੇ ਹੀ ਇਹਨਾਂ ਦੇਸ਼ਾਂ ਵਿਦੇਸ਼ਾਂ ਦੇ ਰਾਜੇ ਹੋਣਗੇ। ਭਾਵ ਜੋ ਕਲਗੀਧਰ ਪਾਤਸ਼ਾਹ ਜੀਆਂ ਨੇ ਖਾਲਸਾ ਸਾਜਿਆ, ਜਿਹਦੇ ਬਾਬਤ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋਈ। ਜੋ ਵੀ ਸ਼ਰਨ ਦੇ ਵਿੱਚ ਹੋਣਗੇ ਉਹ ਬਚ ਜਾਣਗੇ, ਬਾਕੀ ਸਾਰਿਆਂ ਦਾ ਇਸ ਧਰਤੀ ਦੇ ਉੱਪਰ ਖੁਰਾ ਖੋਜ ਮਿਟ ਜਾਏਗਾ। ਇਸੇ ਪ੍ਰਕਾਰ ਛੇਵੇਂ ਪਾਤਸ਼ਾਹ ਜੀ ਇਸ਼ਾਰਾ ਕਰਦੇ ਨੇ, ਮੇਰੇ ਆਉਣ ਵਾਲੇ ਸਿੱਖ ਇਸ ਦੁਨੀਆ ਦੇ ਉੱਪਰ ਰਾਜ ਕਰਨਗੇ, ਹਰ ਜਗ੍ਹਾ ਤੇ ਖਾਲਸੇ ਦਾ ਰਾਜ ਹੋਣਾ ਕਰੇਗਾ। ਬਚੇ ਜੰਗ ਰਿਪ ਬਚੇ ਸੋ ਭਾਜੇ। ਤੇ ਬੜੇ ਹੀ ਭਾਰੀ ਜੰਗ ਯੁੱਧ ਮਚਣਗੇ, ਜਿਹੜੇ ਸ਼ਰਨ ਪੈ ਜਾਣਗੇ ਬਚ ਜਾਣਗੇ, ਭੱਜ ਜਾਣਗੇ ਬਚ ਜਾਣਗੇ, ਜਿਹੜੇ ਸਾਡੇ ਅੱਗੇ ਆ ਕੇ ਅੜ ਜਾਣਗੇ ਧਰਤੀ ਵਿੱਚ ਮਿਲ ਜਾਣਗੇ। ਜੋਤ ਸਾਹੋ ਸੁਨ ਬਚ ਸਨ ਮਾਨੇ। ਫਿਰ ਜੋਧ ਸ਼ਾਹ ਨੇ ਸੁਣ ਕਰਕੇ ਸੱਚੇ ਪਾਤਸ਼ਾਹ ਜੀਆਂ ਦੇ ਬਚਨਾਂ ਨੂੰ, ਬਰਾਬਰ ਕਹਿ ਕੋ ਹੈ ਫਲ ਦਾਨੇ। ਜੋਧ ਸ਼ਾਹ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਹਾਡੇ ਕਹੇ ਹੋਏ ਬੋਲਾਂ ਦਾ ਜਿਹੜਾ ਫਲ ਹੈ, ਚਾਹੋ ਮਸਕ ਦੇ ਗਰੁੜ ਬਣਾਵੋ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਇਹ ਨਿੱਕੇ ਨਿੱਕੇ ਜਿਹੜੇ ਮੱਛਰ ਹਨ, ਇਹਨਾਂ ਨੂੰ ਤਗੜੇ ਪੰਛੀ ਗਰੁੜ ਵਰਗੇ ਬਣਾ ਸਕਦੇ ਹੋ। ਸੈਲ ਵੱਡੇ ਕੋ ਗਰਦ ਮਿਲਾਵੋ। ਤੇ ਵੱਡੇ ਵੱਡੇ ਜਿਹੜੇ ਸੈਲ ਪੱਥਰ ਹਾਥੀ ਹਨ, ਇਹਨਾਂ ਨੂੰ ਮਿੱਟੀ ਦੇ ਵਿੱਚ ਮਿਲਾਉਣ ਦੀ ਸ਼ਮਤਾ ਰੱਖਦੇ ਹੋ। ਜਿਵੇਂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਆ ਕਰਕੇ ਜਿਹੜੇ ਸੂਰਮੇ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਪਾਲਣਾ ਕੀਤਾ ਸੀ, ਵੱਡੇ ਵੱਡੇ ਸੂਰਮੇ ਬਣਾਉਣਾ ਕੀਤਾ, ਕਈ ਸੂਰਮੇ ਆ ਕੇ ਲੜੇ, ਪਰ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਸਾਰੇ ਜਿਹੜੇ ਵੱਡੇ ਵੱਡੇ ਬਲੀ ਬਹਾਦਰ ਸਨ, ਮਿੱਟੀ ਦੇ ਵਿੱਚ ਰੋਲਣਾ ਕੀਤਾ। ਇਸੇ ਪ੍ਰਕਾਰ ਰਾਜਾ ਜੋਧ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਹਾਡੇ ਕੋਲ ਬੜਾ ਹੀ ਬਲ ਹੈ, ਜਿਹਦੇ ਉੱਪਰ ਕਿਰਪਾ ਕਰ ਦਿਓ। ਤੁਸੀਂ ਮੱਛਰਾਂ ਦੇ ਲੈ ਕਰਕੇ ਜਿਹੜੇ ਮੱਛਰ ਹਨ ਨਿੱਕੇ ਨਿੱਕੇ, ਇਹਨਾਂ ਨੂੰ ਵੱਡੇ ਵੱਡੇ ਸੂਰਮੇ ਬਣਾ ਸਕਦੇ ਹੋ। ਤੇ ਜਿਹੜੇ ਵੱਡੇ ਵੱਡੇ ਹਾਥੀ ਹਨ, ਪਹਾੜ ਹਨ, ਇਹਨਾਂ ਨੂੰ ਮਿੱਟੀ ਦੇ ਵਿੱਚ ਰੋਲਣ ਦੀ ਸ਼ਮਤਾ ਰੱਖਦੇ ਹੋ। ਜੰਬਕ ਕੋ ਕੇਹਰ ਕਰਦੈ ਹੋ। ਸੱਚੇ ਪਾਤਸ਼ਾਹ ਜੀ ਇਹ ਜਿੰਨੇ ਵੀ ਵੱਡੇ ਵੱਡੇ ਲੋਕ ਹਨ, ਇਹਨਾਂ ਗਿੱਦੜਾਂ ਨੂੰ ਤੁਸੀਂ ਸ਼ੇਰ ਬਣਾ ਸਕਦੇ ਹੋ, ਤੇ ਜਿਹੜੇ ਵੱਡੇ ਵੱਡੇ ਸ਼ੇਰ ਹਨ, ਇਹਨਾਂ ਨੂੰ ਗਿੱਦੜ ਬਣਾ ਸਕਦੇ ਹੋ। ਵੱਡੇ ਮਤੰਗ ਤਿਗ ਕੀਟ ਹਤੈ ਹੋ। ਤੇ ਜਿਹੜੇ ਵੱਡੇ ਵੱਡੇ ਜਿਹੜੇ ਮਤੰਗ ਹਨ, ਹਾਥੀ ਨੇ, ਇਹਨਾਂ ਨੂੰ ਕੀੜਿਆਂ ਦੀ ਨਿਆਈ ਤੁਸੀਂ ਮਸਲਣ ਦੀ ਸ਼ਕਤੀ ਰੱਖਦੇ ਹੋ। ਕਰਹੁ ਬਸਾਵਨ ਬਸੇ ਉਜਾਰ ਹੋ। ਤੁਸੀਂ ਆਪਣੇ ਅੰਦਰ ਸ਼ਮਤਾ ਰੱਖਦੇ ਹੋ, ਰੁਲਿਆ ਹੋਇਆਂ ਨੂੰ ਵਸਾ ਦਿੰਦੇ ਹੋ, ਤੇ ਵਸਿਆ ਹੋਇਆਂ ਨੂੰ ਤੁਸੀਂ ਰੋਲ ਦਿੰਦੇ ਹੋ ਜੀ। ਕਹਿਨ ਮਾਤਰ ਤੇ ਸਰਬ ਸੁਧਾਰ ਹੋ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਦਾ ਵੀ ਪ੍ਰਸੰਗ ਆਉਂਦਾ ਹੈ। ਪੈਂਦੇ ਖਾਂ ਜਿਹੜਾ ਰੁਲਦਾ ਫਿਰਦਾ ਸੀ, ਕਹਿੰਦੇ ਨੇ ਪੈਂਦੇ ਖਾਂ ਇੱਕ ਵਾਰੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਿਧਰੋਂ ਵਿਚਰ ਰਹੇ ਸਨ, ਜੰਗ ਯੁੱਧ ਦੇ ਸਮੇਂ ਜਾਂ ਸ਼ਿਕਾਰ ਕਰਦੇ ਪਏ, ਰਸਤੇ ਦੇ ਵਿੱਚ ਨਿੱਕਾ ਜਿਹਾ ਇੱਕ ਬੱਚਾ ਧਰਤੀ ਦੇ ਉੱਪਰ ਲੇਟਿਆ ਵੇਖਿਆ। ਵੇਖ ਕੇ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਏ। ਮਹਾਰਾਜ ਜੀਆਂ ਨੇ ਉਸ ਬੱਚੇ ਨੂੰ ਆਪਣੇ ਨਾਲ ਲੈ ਗਏ, ਪੈਂਦੇ ਖਾਂ ਨਾਂ ਰੱਖ ਦਿੱਤਾ। ਫਿਰ ਪੈਂਦੇ ਖਾਂ ਨੂੰ ਬੜੀ ਮਹਾਨ ਸਿੱਖਿਆ ਵੀ ਦਿੱਤੀ, ਬੜਾ ਪ੍ਰੇਮ ਦੇ ਨਾਲ ਪਾਲਣਾ ਕੀਤਾ। ਪੈਂਦੇ ਖਾਂ 2 ਮੱਝਾਂ ਦਾ ਦੁੱਧ ਜਿਹੜਾ ਸੀ ਕੱਲਾ ਹੀ ਪੀ ਜਾਂਦਾ ਸੀ। ਸੱਚੇ ਪਾਤਸ਼ਾਹ ਜੀਆਂ ਨੇ ਆਪ ਸ਼ਸਤਰ ਵਿਦਿਆ ਵੀ ਸਿਖਾਈ, ਪੁੱਤਾਂ ਦੇ ਵਾਂਗੂ ਪਾਲਿਆ ਪੈਂਦੇ ਖਾਂ ਨੂੰ। ਆਪਣੇ ਪੁੱਤਰਾਂ ਦੇ ਵਿੱਚ ਤੇ ਪੈਂਦੇ ਖਾਂ ਦੇ ਵਿੱਚ ਕਦੇ ਵੀ ਫਰਕ ਨਾ ਰੱਖਿਆ। ਪੈਂਦੇ ਖਾਂ ਦੇ ਅੰਦਰ ਕਹਿੰਦੇ ਇੰਨਾ ਬਲ ਸੀ ਕਿ ਮੱਝ ਦੀਆਂ ਲੱਤਾਂ ਨੂੰ ਜੋੜ ਕੇ ਆਪਣੇ ਹੱਥਾਂ ਦੇ ਨਾਲ ਤਾਂ ਖੜਿਆ ਕਰ ਦਿੰਦਾ ਸੀ, ਚੁੱਕ ਦਿੰਦਾ ਸੀ। ਐਡਾ ਭਾਰੀ ਸੂਰਮਾ ਸੀ ਪੈਂਦੇ ਖਾਂ। ਪਰ ਇੱਕ ਦਿਨ ਜਦੋਂ ਸੱਚੇ ਪਾਤਸ਼ਾਹ ਜੀ ਦੂਸਰੀ ਜੰਗ ਕਰਕੇ ਵਾਪਸ ਪਰਤੇ, ਤੀਸਰੀ ਜੰਗ ਕਰਕੇ
ਤੇ ਪੈਂਦੇ ਖਾਂ ਦੇ ਮਨ ਅੰਦਰ ਆਇਆ। ਸੱਚੇ ਪਾਤਸ਼ਾਹ ਕੋਲ ਆ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਐਡਾ ਭਾਰੀ ਜੰਗ ਕੀਤਾ, ਮੈਨੂੰ ਯਾਦ ਹੀ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ, ਕੋਈ ਨਾ ਪੈਂਦੇ ਖਾਨਾ, ਫੇਰ ਅਜੇ ਕਿਹੜੇ ਜੰਗ ਮੁੱਕ ਗਏ ਨੇ, ਅਜੇ ਤਾਂ ਜੰਗ ਯੁੱਧ ਚੱਲਣੇ ਨੇ, ਤੈਨੂੰ ਫੇਰ ਪਰਖ ਲਵਾਂਗੇ। ਕਹਿਣ ਲੱਗਾ ਸੱਚੇ ਪਾਤਸ਼ਾਹ, ਨਹੀਂ, ਤੁਸੀਂ ਮੈਨੂੰ ਇੱਕ ਵਾਰ ਪਰਖ ਕੇ ਤਾਂ ਵਹਿੰਦੇ, ਇਹਨਾਂ ਮੁਗਲਾਂ ਦਾ ਮੈਂ ਨਾਸ਼ ਕਰ ਦੇਣਾ ਸੀ। ਮਨ ਵਿੱਚ ਹੰਕਾਰ ਆ ਗਿਆ, ਬਾਹਰ ਜਾ ਕੇ ਬੜੀਆਂ ਗੱਲਾਂ ਕਰਦਾ। ਕਹਿਣ ਲੱਗਾ, ਗੁਰੂ ਸਾਹਿਬ ਜੀ ਜਿੰਨੇ ਵੀ ਜੰਗ ਯੁੱਧ ਜਿੱਤਦੇ ਨੇ, ਮੇਰੇ ਬਲ ਦੇ ਨਾਲ ਹੀ ਜਿੱਤੇ ਨੇ। ਮੈਂ ਐਡਾ ਤਗੜਾ ਸੂਰਮਾ ਵਾਂ, ਵੱਡੇ ਵੱਡੇ ਸੂਰਮਿਆਂ ਨੂੰ, ਹਾਥੀਆਂ ਨੂੰ ਹੱਥ ਦੇ ਨਾਲ ਹੀ ਚੁੱਕ ਦੇਣਾ ਆ। ਮਨ ਵਿੱਚ ਹੰਕਾਰ ਆਇਆ। ਸਿੱਖਾਂ ਨੇ ਜਾ ਕੇ ਕਿਹਾ, ਸੱਚੇ ਪਾਤਸ਼ਾਹ ਪੈਂਦੇ ਖਾਂ ਦੇ ਅੰਦਰ ਹੰਕਾਰ ਆ ਗਿਆ। ਫਿਰ ਆਪਾਂ ਬਾਣੀ ਦੇ ਵਚਨ ਪੜ੍ਹਦੇ ਹਾਂ, ਹਰ ਜੂ ਹੰਕਾਰ ਨਾ ਭਾਵਈ, ਵੀ ਹਰੀ ਪਰਮਾਤਮਾ ਦੇ ਦਰ ਤੇ ਹੰਕਾਰ ਜਿਹੜਾ ਉਹ ਚੰਗਾ ਨਹੀਂ ਲੱਗਦਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕੋਈ ਨਹੀਂ, ਇਹਦਾ ਹੰਕਾਰ ਵੀ ਨਿਵਰਤ ਕਰ ਦੇਵਾਂ ਕਿਸੇ ਵੀ। ਐਵੇਂ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਕੋਈ ਸਿੱਖ ਆਇਆ, ਆ ਕਰਕੇ ਇੱਕ ਬਾਜ ਭੇਟਾ ਕੀਤਾ, ਘੋੜਾ, ਸੁੰਦਰ ਪੁਸ਼ਾਕ, ਤਲਵਾਰ, ਢਾਲ ਭੇਟਾ ਕੀਤੀ। ਮਹਾਰਾਜ ਜੀ ਪੈਂਦੇ ਖਾਂ ਨੂੰ ਕੋਲ ਸੱਦਿਆ। ਬਾਜ ਜਿਹੜਾ ਆਪਣੇ ਪੁੱਤਰ ਨੂੰ ਦੇ ਦਿੱਤਾ ਬਾਬਾ ਗੁਰਦਿੱਤਾ ਜੀ ਹਨ, ਤਲਵਾਰ, ਘੋੜਾ ਤੇ ਪੁਸ਼ਾਕ ਨਾਲ ਢਾਲ, ਇਹ ਪੈਂਦੇ ਖਾਂ ਨੂੰ ਦੇ ਦਿੱਤੀ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਨਾ, ਜਦੋਂ ਸਾਡੇ ਕੋਲ ਆਉਣਾ ਕਰੇ, ਆਪਣੇ ਸਰੀਰ ਤੇ ਜਿਹੜੇ ਵਸਤਰ ਹਨ ਇਹਨਾਂ ਨੂੰ ਧਾਰਨ ਕਰਕੇ, ਇਹ ਜਿਹੜਾ ਘੋੜਾ ਇਹਦੇ ਉੱਪਰ ਸਵਾਰ ਹੋ ਕੇ, ਆਪਣੇ ਗਾਤਰੇ ਵਿੱਚ ਸੁੰਦਰਾ ਸ੍ਰੀ ਸਾਹਿਬ ਨੂੰ ਧਾਰਨ ਕਰਕੇ ਸਾਡੇ ਕੋਲ ਆਉਣਾ ਕਰੀ ਜਦੋਂ ਵੀ ਆਏਗਾ। ਐਵੇਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੈਂਦੇ ਖਾਂ ਘਰੇ ਗਿਆ। ਵੇਖ ਕਰਕੇ ਇਹਦਾ ਜਵਾਈ ਉਸਮਾਨ ਖਾਨ ਇਹਨਾਂ ਚੀਜ਼ਾਂ ਨੂੰ ਵੇਖ ਕੇ ਮਨ 'ਚ ਲਾਲਚ ਆ ਗਿਆ। ਆਪਣੇ ਸਹੁਰੇ ਪੈਂਦੇ ਖਾਂ ਨੂੰ ਕਹਿਣ ਲੱਗਾ, ਇਹ ਚੀਜ਼ਾਂ ਮੈਨੂੰ ਦੇ ਦੇ। ਪੈਂਦੇ ਖਾਂ ਕਹਿੰਦਾ, ਨਹੀਂ, ਗੁਰੂ ਦਾ ਹੁਕਮ ਹੈ, ਤੂੰ ਆਪਣੇ ਕੋਲ ਰੱਖਣੀਆਂ ਨੇ, ਮੈਂ ਚੀਜ਼ਾਂ ਨਹੀਂ ਦਵਾਂਗਾ, ਆਪਣੇ ਕੋਲ ਹੀ ਰੱਖਾਂਗਾ। ਐਵੇਂ ਕਹਿ ਕੇ ਪੈਂਦੇ ਖਾਂ ਕਿਤੇ ਬਾਹਰ ਚਲਾ ਗਿਆ। ਉਸਮਾਨ ਖਾਨ ਨੇ ਆਪਣੀ ਸੱਸ ਨੂੰ ਬੜਾ ਤੰਗ ਕੀਤਾ ਕਿ ਜੇ ਇਹ ਚੀਜ਼ਾਂ ਮੈਨੂੰ ਨਾ ਦਿੱਤੀਆਂ, ਮੈਂ ਤੇਰੀ ਧੀ ਨੂੰ ਛੱਡ ਦਵਾਂਗਾ। ਉਹ ਵਿਚਾਰੀ ਬੇਬਲ ਜੀ ਹੋਈ, ਸਾਰੀਆਂ ਚੀਜ਼ਾਂ ਦੇ ਦਿੱਤੀਆਂ। ਉਧਰ ਪੈਂਦੇ ਖਾਂ ਕੀ ਕਰਦਾ, ਗੁਰੂ ਦਰਬਾਰ ਵਿੱਚ ਗਿਆ ਕਿਤੇ। ਜਦੋਂ ਸੱਚੇ ਪਾਤਸ਼ਾਹ ਜੀਆਂ ਨੇ ਵੇਖਿਆ ਵੀ ਪੈਂਦੇ ਖਾਂ ਨੇ ਸਰੀਰ ਤੇ ਕੁਝ ਧਾਰਨ ਨਹੀਂ ਕੀਤਾ, ਜਿਹੜੀ ਸ੍ਰੀ ਸਾਹਿਬ ਦਿੱਤੀ ਸੀ, ਉਹ ਤੋਂ ਪਹਿਲਾਂ ਉਹਦੇ ਜਵਾਈ ਨੇ ਬਾਬਾ ਗੁਰਦਿੱਤਾ ਜੀਆਂ ਦਾ ਬਾਜ ਵੀ ਫੜ ਲਿਆ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਨਾ, ਸਾਨੂੰ ਖਬਰ ਮਿਲੀ ਏ ਕਿ ਤੇਰੇ ਜਵਾਈ ਨੇ ਸਾਡੇ ਬਾਬਾ ਜੀਆਂ ਦਾ ਬਾਜ ਫੜ ਲਿਆ। ਪੈਂਦੇ ਖਾਂ ਕਹਿਣ ਲੱਗਾ, ਨਹੀਂ ਜੀ, ਮੇਰਾ ਜਵਾਈ ਇਦਾਂ ਕਰ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ, ਸਾਡੇ ਸਿੱਖ ਕਹਿੰਦੇ ਨੇ। ਕਹਿਣ ਲੱਗਾ, ਜੀ ਸਿੱਖ ਝੂਠ ਮਾਰਦੇ ਹੋਣਗੇ। ਮਹਾਰਾਜ ਕਹਿਣ ਲੱਗੇ, ਬਾਬਾ ਵਿਧੀ ਚੰਦ ਕਹਿੰਦੇ ਨੇ। ਕਹਿਣ ਲੱਗਾ, ਸੱਚੇ ਪਾਤਸ਼ਾਹ ਵਿਧੀ ਚੰਦ ਤਾਂ ਚੋਰ ਏ, ਚੋਰੀਆਂ ਕਰਦਾ ਸੀ, ਪਹਿਲਾਂ ਝੂਠ ਮਾਰਦਾ ਏ। ਇੰਨੀ ਗੱਲ ਸੁਣ ਕੇ ਮਹਾਰਾਜ ਜਦੋਂ ਸਿੱਖਾਂ ਦੇ ਬਾਰੇ ਮਾੜਾ ਸੁਣਿਆ, ਮਹਾਰਾਜ ਕਿੱਥੋਂ ਝੱਲ ਸਕਦੇ ਨੇ। ਸੱਚੇ ਪਾਤਸ਼ਾਹ ਜੀਆਂ ਦੇ ਅੰਦਰ ਵੀਰ ਰਸ ਆਇਆ। ਮਹਾਰਾਜ ਕਹਿਣ ਲੱਗੇ, ਬਾਬਾ ਵਿਧੀ ਚੰਦ ਜੀ, ਜਾ ਕਰਕੇ ਦੇ ਪੈਂਦੇ ਖਾਂ ਦੇ ਘਰ ਅੰਦਰ ਤਲਾਸ਼ੀ ਕਰੋ ਕਿ ਸਾਡੇ ਬਾਬਾ ਜੀਆਂ ਦਾ ਬਾਜ ਹੈ ਕਿ ਨਹੀਂ। ਬਾਬਾ ਵਿਧੀ ਚੰਦ ਜੀ ਗਏ, ਜਾ ਕਰਕੇ ਵੇਖਿਆ ਕਿ ਬਾਜ ਉਸੇ ਤਰ੍ਹਾਂ ਹੀ ਪਿੰਜਰੇ ਦੇ ਵਿੱਚ ਕੈਦ ਕੀਤਾ ਇਹਦੇ ਜਵਾਈ ਨੇ। ਬਾਬਾ ਵਿਧੀ ਚੰਦ ਜੀ ਬਾਜ ਨੂੰ ਲੈ ਕੇ ਆਪਣੇ ਨਾਲ ਜਦੋਂ ਬਾਹਰ ਨਿਕਲੇ, ਫਿਰ ਯਾਦ ਆਇਆ ਵੀ ਕਿਤੇ ਘੋੜਿਆਂ ਦੀ ਤਰ੍ਹਾਂ ਸੱਚੇ ਪਾਤਸ਼ਾਹ ਫੇਰ ਨਾ ਹੁਕਮ ਕਰ ਦੇਣ ਕਿ ਇਹਦੇ ਜਵਾਈ ਨੂੰ ਚੁੱਕ ਲਿਆਓ, ਜਿਵੇਂ ਘੋੜੇ ਲੈਣ ਗਏ ਸ। ਪਹਿਲਾਂ ਇੱਕ ਘੋੜੇ ਨੂੰ ਲਿਆਂਦਾ, ਦਿਲਬਾਗ ਨੂੰ, ਫਿਰ ਗੁਲਬਾਗ ਨੂੰ ਵੀ ਲਿਆਉਣ ਘੱਲ ਦਿੱਤਾ। ਫਿਰ ਕਿਤੇ ਦੋਹਰਾ ਫੇਰਾ ਨਾ ਵੱਜ ਜਾਏ, ਬਾਬਾ ਜੀ ਮਨ ਵਿੱਚ ਸੋਚਦੇ, ਉਹਦੇ ਜਵਾਈ ਨੂੰ ਵੀ ਬੰਨ੍ਹ ਕਰਕੇ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਲੈ ਆ ਕਰਕੇ ਜਦੋਂ ਸੱਚੇ ਪਾਤਸ਼ਾਹ ਅੱਗੇ ਬਾਜ ਦਿਖਾਉਣਾ ਕੀਤਾ, ਮਹਾਰਾਜ ਕਹਿਣ ਲੱਗੇ, ਪੈਂਦੇ ਖਾਨਾ, ਤੂੰ ਤਾਂ ਕਹਿੰਦਾ ਸਾ ਵੀ ਸਾਡੇ ਬਾਬਾ ਜੀਆਂ ਦਾ ਬਾਜ ਤੇਰੇ ਘਰ ਵਿੱਚ ਨਹੀਂ, ਆ ਕਿੱਥੋਂ ਆ ਗਿਆ। ਕਹਿਣ ਲੱਗਾ, ਆਖੇ ਜੀ, ਇਹਨਾਂ ਸਿੱਖਾਂ ਨੇ ਧੱਕਾ ਕੀਤਾ, ਜੋਰੋ ਜਬਰੀ ਸਾਡੇ ਘਰ ਵਿੱਚ ਰੱਖ ਦਿੱਤਾ ਹੋਵੇਗਾ। ਇਹ ਸਿੱਖ ਦਾ ਝੂਠ ਮਾਰਦੇ ਨੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਿੱਖ ਝੂਠ ਨਹੀਂ ਮਾਰਦੇ,
ਪੈਂਦੇ ਖਾ ਕਹਿਣ ਲੱਗਾ, ਹੰਕਾਰ ਵਿੱਚ ਆਇਆ, ਕਹਿਣ ਲੱਗਾ, ਇਹ ਜੀ ਤੁਸੀਂ ਵੀ ਝੂਠ ਮਾਰਦੇ ਹੋ। ਇੰਨੀ ਗੱਲ ਸੁਣੀ ਸੂਰਮਿਆਂ ਦੇ ਅੰਦਰ ਜੋਸ਼ ਜਾਗਿਆ, ਵੀਰ ਰਸ ਵਿੱਚ ਆਏ, ਪਰ ਅਜੇ ਗੁਰੂ ਨੇ ਹੁਕਮ ਨਾ ਕੋਈ ਕੀਤਾ। ਫਿਰ ਕਹਿਣ ਲੱਗੇ, ਸੱਚੇ ਪਾਤਸ਼ਾਹ ਪੈਂਦੇ ਖਾਨਾ ਗੁਰੂ ਦਾ ਘਰ ਕਿਹੜੇ ਵੇਲੇ ਝੂਠ ਮਾਰਨ ਲੱਗ ਪਿਆ? ਕਹਿਣ ਲੱਗਾ, ਇਹ ਜੀ ਗੁਰੂ ਨਾਨਕ ਪਾਤਸ਼ਾਹ ਵੀ ਤਾਂ ਝੂਠ ਹੀ ਮਾਰਦੇ ਰਹੇ ਸਨ। ਜਦੋਂ ਇੰਨੀ ਗੱਲ ਸੁਣੀ ਸੱਚੇ ਪਾਤਸ਼ਾਹ ਜੀਆਂ ਨੇ, ਛੇਵੇਂ ਪਾਤਸ਼ਾਹ ਹੁਣ ਆਪਣੇ ਪਿਓ ਦੀ ਬਾਬਤ ਮਾੜਾ ਕਿਵੇਂ ਸੁਣ ਸਕਦੇ ਸਨ? ਜਦੋਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਝੂਠ ਮਾਰਦੇ ਨੇ, ਇੰਨੀ ਗੱਲ ਨੂੰ ਸੁਣ ਕੇ ਫਿਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਪੂਰੇ ਵੀਰ ਰਸ ਵਿੱਚ ਆ ਖੜੇ ਹੋਏ। ਬਾਬਾ ਬਿਧੀ ਚੰਦ ਜੀਆਂ ਨੂੰ ਹੁਕਮ ਕੀਤਾ, ਬਿਧੀ ਚੰਦ ਜੀ ਇਸ ਪਾਪੀ ਨੂੰ ਫੜ ਕਰਕੇ ਇਸ ਮਿੱਟੀ ਦੇ ਵਿੱਚ ਰੋਲ ਦਿਓ। ਬਾਬਾ ਬਿਧੀ ਚੰਦ ਜੀਆਂ ਨੇ ਗਲ ਦਾ ਹਜੂਰੀਆ ਲਾਇਆ, ਪੈਂਦੇ ਖਾਂ ਦੇ ਗਲ ਦੇ ਵਿੱਚ ਪਾ ਕਰਕੇ ਧਰਤੀ ਦੇ ਉੱਪਰ ਸੁੱਟ ਲਿਆ। ਇੱਕ ਵਾਰੀ ਚੰਗੀ ਤਰ੍ਹਾਂ ਆਪ ਕੁੱਟਣਾ ਕੀਤਾ, ਫਿਰ ਛੱਡ ਦਿੱਤਾ। ਪੈਂਦੇ ਖਾਂ ਹੰਕਾਰਿਆ ਹੋਇਆ ਉਸ ਵੇਲੇ ਦੇ ਵੱਡੇ ਵੱਡੇ ਸੂਰਮੇ ਰਾਜਿਆਂ ਦੇ ਕੋਲ ਜਾ ਕੇ ਮਦਦ ਲਈ। ਫਿਰ ਇੱਕ ਦਿਨ ਮਨ 'ਚ ਹੰਕਾਰ ਧਾਰਨ ਕਰਕੇ ਗੁਰੂ ਸਾਹਿਬ ਜੀਆਂ ਦੇ ਉੱਪਰ ਚੜ੍ਹ ਕੇ ਆਇਆ। ਇਧਰੋਂ ਮਹਾਰਾਜ ਜੀਆਂ ਨੂੰ ਖਬਰ ਪਹੁੰਚੀ, ਸੱਚੇ ਪਾਤਸ਼ਾਹ ਜੀ ਵੀ ਚੜ੍ਹਾਈ ਕਰਕੇ ਆਏ ਦੇ ਵੱਲ ਤਿਆਰ ਬਰ ਤਿਆਰ ਹੋ ਕਰਕੇ ਕਮਰ ਕੱਸਾ ਲਾ ਕੇ ਹੱਥ ਵਿੱਚ ਖੜਗ ਫੜ ਕੇ ਸੱਚੇ ਪਾਤਸ਼ਾਹ ਘੋੜੇ ਉੱਪਰ ਸਵਾਰ ਹੋਏ। ਜੰਗ ਮਚਿਆ ਜਿਸ ਵੇਲੇ ਪੈਂਦੇ ਖਾਂ ਅੱਗੋਂ ਆਇਆ, ਸੱਚੇ ਪਾਤਸ਼ਾਹ ਨੇ ਸਾਰੇ ਸੂਰਮਿਆਂ ਨੂੰ ਰੋਕ ਦਿੱਤਾ। ਬਾਬਾ ਬਿਧੀ ਚੰਦ ਜੀ ਵੱਡੇ ਵੱਡੇ ਸੂਰਮੇ ਕਹਿਣ ਲੱਗੇ, ਸੱਚੇ ਪਾਤਸ਼ਾਹ ਹੁਕਮ ਦਿਓ, ਅਸੀਂ ਇਸ ਦੁਸ਼ਮਣ ਨੂੰ, ਇਸ ਪਾਪੀ ਨੂੰ ਰੋਲਦੇ ਹਾਂ। ਮਹਾਰਾਜ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ ਤੁਸੀਂ ਨਹੀਂ ਰੋਲਣਾ, ਇਸ ਪੈਂਦੇ ਖਾਨ ਨੂੰ ਪਾਲਿਆ ਵੀ ਮੈਂ ਸੀ, ਹੁਣ ਇਹਨੂੰ ਮਾਰਾਂਗਾ ਵੀ ਮੈਂ। ਇੰਨੀ ਗੱਲ ਕਹਿ ਕੇ ਸੱਚੇ ਪਾਤਸ਼ਾਹ ਅੱਗੇ ਹੋਏ ਪੈਂਦੇ ਖਾਨ ਨੂੰ ਕਹਿਣ ਲੱਗੇ, ਪੈਂਦੇ ਖਾਨਾ ਪਹਿਲਾ ਵਾਰ ਤੂੰ ਕਰ ਲੈ, ਫਿਰ ਮਨ 'ਚ ਇੱਛਾ ਨਾ ਰਹਿ ਜੇ ਕਿ ਗੁਰੂ ਨੇ ਵਾਰ ਹੀ ਨਹੀਂ ਕਰਨ ਦਿੱਤਾ। ਪੈਂਦੇ ਖਾਨ ਨੇ ਪਹਿਲਾ ਵਾਰ ਕੀਤਾ, ਸੱਚੇ ਪਾਤਸ਼ਾਹ ਜੀਆਂ ਨੇ ਤਲਵਾਰ ਨਾਲ ਰੋਕ ਲਿਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਨਾ ਜੇ ਵੀ ਜਾਚ ਨਹੀਂ ਆਈ ਲੜਨ ਦੀ, ਯੁੱਧ ਕਰਨ ਦੀ ਜਾਚ ਹੀ ਨਹੀਂ ਆਈ ਤੈਨੂੰ, ਚੱਲ ਆਪਣੇ ਮਨ ਦੇ ਵਿੱਚ ਇੱਛਾ ਨਾ ਰਹਿ ਜੇ, ਜਾਂ ਦੂਜਾ ਵਾਰ ਵੀ ਕਰ ਲੈ। ਪੈਂਦੇ ਖਾਨ ਨੇ ਦੂਜਾ ਵਾਰ ਕੀਤਾ, ਸੱਚੇ ਪਾਤਸ਼ਾਹ ਜੀਆਂ ਨੇ ਵੀ ਤਲਵਾਰ ਦੇ ਉੱਪਰ ਰੋਕ ਲਿਆ। ਫਿਰ ਮਹਾਰਾਜ ਕਹਿਣ ਲੱਗੇ, ਜਾਂ ਤੀਜਾ ਵਾਰ ਵੀ ਤੇਰਾ। ਪੈਂਦੇ ਖਾਂ ਪੂਰੇ ਰੋਹ ਦੇ ਵਿੱਚ ਆ ਕੇ ਤੀਜਾ ਵਾਰ ਕੀਤਾ। ਮਹਾਰਾਜ ਜੀਆਂ ਨੇ ਆਪਣੀ ਤਲਵਾਰ ਦੇ ਨਾਲ ਰੋਕਿਆ, ਤਲਵਾਰ ਦੇ ਨਾਲ ਵੱਜ ਕੇ ਪੈਂਦੇ ਖਾਂ ਦੀ ਤਲਵਾਰ ਮੁੱਠੇ ਦੇ ਨਾਲੋਂ ਵੱਖਰੀ ਹੋ ਗਈ। ਫਿਰ ਘੋੜੇ ਤੋਂ ਥੱਲੇ ਡਿੱਗ ਪਿਆ। ਫਿਰ ਜੋਸ਼ ਵਿੱਚ ਆ ਕਰਕੇ ਜਦੋਂ ਮਹਾਰਾਜ ਜੀਆਂ ਵੱਲ ਵਧਿਆ, ਕਿਰਪਾ ਦੇ ਘਰ ਵਿੱਚ ਆ ਕਰਕੇ ਵੀਰ ਰਸ ਧਾਰਨ ਕੀਤਾ। ਹੱਥ ਵਿੱਚ ਖੜਗ ਫੜੀ, ਹੱਥ ਦੇ ਵਿੱਚ ਸੱਚੇ ਪਾਤਸ਼ਾਹ ਢਾਲਾ ਫੜਿਆ ਏ। ਪੈਂਦੇ ਖਾਂ ਦੇ ਸਿਰ ਵਿੱਚ ਢਾਲਾ ਮਾਰ ਕੇ ਥੱਲੇ ਸੁੱਟ ਦਿੱਤਾ। ਪੈਂਦੇ ਖਾਂ ਜੋਸ਼ ਵਿੱਚ ਆ ਕੇ ਸੱਚੇ ਪਾਤਸ਼ਾਹ ਜੀਆਂ ਦੇ ਘੋੜੇ ਦੀਆਂ ਲੱਤਾਂ ਫੜ ਕੇ ਸੁੱਟਣ ਲੱਗਾ, ਕਿਉਂਕਿ ਇਸ ਵਿੱਚ ਬੜਾ ਪਰਪੱਕ ਸੀ। ਭੱਜਦੇ ਹੋਏ ਘੋੜੇ ਨੂੰ ਪੈਂਦੇ ਖਾਂ ਲੱਤਾਂ ਤੋਂ ਫੜ ਕੇ ਥੱਲੇ ਸੁੱਟ ਦਿੰਦਾ ਸੀ। ਪਰ ਉਧਰ ਵੀ ਦੁਨੀਆ ਨੂੰ ਰਚਣ ਵਾਲੇ, ਸ੍ਰਿਸ਼ਟੀ ਨੂੰ ਰਚਣ ਵਾਲੇ ਛਠਮ ਪੀਰ ਬੈਠਾ ਸੀ ਘੋੜੇ ਉੱਪਰ। ਘੋੜਾ ਕਿੱਥੋਂ ਡਿੱਗਦਾ? ਜਦੋਂ ਘੋੜੇ ਨੂੰ ਸੁੱਟਣ ਲੱਗਾ, ਮਹਾਰਾਜ ਜੀਆਂ ਨੇ ਢਾਲ ਮਾਰ ਕੇ ਪੈਂਦੇ ਖਾਂ ਨੂੰ ਥੱਲੇ ਸੁੱਟਤਾ। ਧਰਤੀ ਦੇ ਉੱਪਰ ਡਿੱਗਾ ਪੈਂਦੇ ਖਾਂ। ਸੱਚੇ ਪਾਤਸ਼ਾਹ ਘੋੜੇ ਤੋਂ ਥੱਲੇ ਉਤਰੇ, ਢਾਲੇ ਦੀ ਸਿਰ ਦੇ ਉੱਪਰ ਛਾਂ ਕੀਤੀ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਅਜੇ ਤੱਕ ਤੈਨੂੰ ਜੰਗ ਕਰਨੀ ਆਈ ਨਹੀਂ, ਇੰਨਾ ਚਿਰ ਲਾ ਦਿੱਤਾ। ਤੂੰ ਕਹਿੰਦਾ ਸਾ ਕਦੇ ਜੰਗ ਹੋਏਗੀ, ਮੈਨੂੰ ਯਾਦ ਕਰਿਓ, ਅੱਜ ਤੈਨੂੰ ਜੰਗ ਹੀ ਨਹੀਂ ਕਰਨੀ ਆਈ। ਚੱਲ ਪੈਂਦੇ ਖਾਂ ਅਬ ਕਲਮਾ ਪੜ੍ਹ। ਮਹਾਰਾਜ ਜੀਆਂ ਨੇ ਹੁਕਮ ਕੀਤਾ, ਪੈਂਦੇ ਖਾਂ ਹੁਣ ਕਲਮਾ ਪੜ੍ਹ ਲੈ, ਤੇਰਾ ਆਖਰੀ ਸਮਾਂ ਆ ਗਿਆ। ਪੈਂਦੇ ਖਾਂ ਨੇ ਕਲਮਾ ਪੜ੍ਹਦਾ ਪੜ੍ਹਦਾ ਸੱਚੇ ਪਾਤਸ਼ਾਹ ਨੇ ਵਾਰ ਕਰਕੇ ਪੈਂਦੇ ਖਾਂ ਨੂੰ ਉੱਥੇ ਹੀ ਮਾਰ ਦਿੱਤਾ। ਫਿਰ ਕਾਲੇ ਖਾਂ ਆਇਆ। ਕਾਲੇ ਖਾਂ ਕਹਿਣ ਲੱਗਾ, ਇਸ ਗੁਰੂ ਨੂੰ ਮੈਂ ਆਪਣੇ ਇੱਕ ਤੀਰ ਦੀ ਮਾਰ ਦੇ ਨਾਲ ਮਾਰ ਦੇਵਾਂਗਾ। ਸੱਚੇ ਪਾਤਸ਼ਾਹ ਜੀਆਂ ਨੇ ਸੂਰਮਿਆਂ ਨੂੰ ਕਿਹਾ, ਇੱਕ ਪਾਸੇ ਹੋ ਜਾਵੋ ਹੁਣ। ਫਿਰ ਕਾਲੇ ਖਾਂ ਨੇ ਸੱਚੇ ਪਾਤਸ਼ਾਹ ਜੀਆਂ ਦੇ ਵੱਲ ਵਾਰ ਕਰਨ ਕੀਤਾ ਤੀਰ ਦਾ। ਮਹਾਰਾਜ ਜੀਆਂ ਨੇ ਆਪਣਾ ਘੋੜਾ ਘੁਮਾ ਕਰਕੇ ਜਦੋਂ ਪਰਾਂ ਕਰ ਲਿਆ, ਸੱਚੇ ਪਾਤਸ਼ਾਹ ਜੀਆਂ ਦੇ ਸੀਸ ਦੇ ਕੋਲੋਂ ਤੀਰ ਛੂਕਦਾ ਆਇਆ ਲੰਘ ਗਿਆ। ਫਿਰ
ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਢਾਲ ਨੂੰ, ਆਪਣੀ ਤਲਵਾਰ ਨੂੰ ਸਾਂਭਦੇ ਹੋਏ ਵਾਰ ਕੀਤਾ। ਕਾਲੇ ਖਾਂ ਦਾ ਸਿਰ ਧੜ ਦੇ ਨਾਲੋਂ ਵੱਖਰਾ ਕਰਕੇ ਰੱਖ ਦਿੱਤਾ। ਇਸੇ ਤਰੀਕੇ ਨਾਲ ਐਸੇ ਬਲੀ ਛਠਮ ਪਾਤਸ਼ਾਹ ਜੀ ਜਿਹੜੇ ਆਪਣੀ ਕਿਰਪਾ ਦੇ ਨਾਲ ਹੀ ਕੀੜੀਆਂ ਦੇ ਵਿੱਚ ਵੀ ਕਰਾਮਾਤਾਂ ਪਾ ਕੇ ਵੱਡੇ ਬਲੀ ਸੂਰਮੇ ਬਣਾ ਦਿੰਦੇ ਨੇ। ਤੇ ਜਦੋਂ ਇਹਨਾਂ ਬਲੀ ਸੂਰਮਿਆਂ ਦੇ ਵਿੱਚ ਕਿਧਰੇ ਹੰਕਾਰ ਆ ਜੇ, ਫਿਰ ਉਹ ਆਪਣੀ ਕਿਰਪਾ ਦੀ ਨਿਗਾਹ ਦੇ ਨਾਲ ਐਸੇ ਸੂਰਮਿਆਂ ਨੂੰ ਮਿੱਟੀ ਦੇ ਵਿੱਚ ਮਿਲਾ ਦਿੰਦੇ ਨੇ। ਇਸ ਤਰੀਕੇ ਨਾਲ ਰਾਏ ਜੋਧ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਬਲ ਹੈ, ਤੁਸੀਂ ਵੱਡੇ ਵੱਡੇ ਸੂਰਮਿਆਂ ਨੂੰ, ਪਰਬਤ ਪਹਾੜ ਵਰਗੇ, ਹਾਥੀ ਵਰਗੇ ਸੂਰਮਿਆਂ ਨੂੰ ਵੀ ਮਿੱਟੀ ਦੇ ਵਿੱਚ ਮਿਲਾਉਣ ਦੀ ਸ਼ਮਤਾ ਰੱਖਦੇ ਹੋ। ਆਦਿਕ ਨਿਤ ਚੱਲੇ ਪ੍ਰਸੰਗ। ਇਸ ਤਰੀਕੇ ਦਾ ਜਿਹੜਾ ਸਾਰਾ ਪ੍ਰਸੰਗ ਹੈ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਨਿਤ ਹੀ ਚੱਲਣਾ ਕਰਦਾ ਏ। ਸੈਨਾ ਸਹਿਤ ਚਹਿਤ ਬੜ ਜੰਗ। ਸੈਨਾ ਦੇ ਨਾਲ ਰਾਏ ਜੋਧ ਤੇ ਪਾਤਸ਼ਾਹ ਜੀ ਜੰਗ ਦੀ ਹੁਣ ਤਿਆਰੀ ਚਾਹੁੰਦੇ ਨੇ। ਰਹਿਓ ਗੁਰੂ ਟਿਗ ਡੇਰਾ ਪਾਏ। ਤੇ ਗੁਰੂ ਦੇ ਕੋਲ ਡੇਰਾ ਕਰਕੇ ਰਾਏ ਜੋਧ ਰਹਿ ਰਿਹਾ ਹੈ। ਪਰਮ ਪ੍ਰੀਤ ਤੇ ਨਹਿ ਵਿਸਰਾਏ। ਬੜੀ ਹੀ ਮਨ ਦੇ ਵਿੱਚ ਪ੍ਰੀਤੀ ਨੂੰ ਲਾ ਕੇ ਰਾਏ ਜੋਧ ਗੁਰੂ ਘਰ ਦਾ ਸੇਵਕ ਬਣ ਗਿਆ ਤੇ ਗੁਰੂ ਤੋਂ ਹੁਣ ਕਦੀ ਵੀ ਵਿਛੜਨਾ ਨਹੀਂ ਚਾਹੁੰਦਾ। ਇਹ ਜਿਹੜੀ ਵਾਰਤਾ ਅਧਿਆਈ ਅੱਜ ਆਉਣਾ ਕੀਤੀ ਹੈ। ਹੁਣ ਕਿਸ ਪ੍ਰਕਾਰ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਜੰਗ ਦੀ ਤਿਆਰੀ ਕਰਦੇ ਨੇ, ਕਿਵੇਂ ਸੇਵਕ ਹਥਿਆਰ ਸ਼ਸਤਰ ਬਸਤਰ ਲਿਆ ਕੇ ਆਉਂਦੇ ਨੇ, ਉਹ ਆਪਾਂ ਅਗਲੇ ਅਧਿਆਈ ਅੰਦਰ ਵਾਚਨਾ ਕਰਾਂਗੇ। ਆਓ ਹੁਣ ਇੱਥੋਂ ਤੱਕ ਪ੍ਰਸੰਗ ਆਉਣਾ ਕੀਤਾ ਹੈ। ਵਿਚਾਰ ਕਰਦਿਆਂ ਤੋਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਣਜਾਣ ਜੀਵ ਸਮਝ ਕਰਕੇ ਬਖਸ਼ ਦੇਣਾ, ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਨਾ, ਗਾਂ ਤੋਂ ਕਥਾ ਵਿਚਾਰ ਕਰਨ ਦੀ ਸੋਝੀ ਆ ਜਾਵੇ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਉਣਾ ਕਰੀਏ ਜੀ। ਨਿਤ ਆਦਿਕ ਨਿਤ ਚੱਲੇ ਪ੍ਰਸੰਗ। ਸੈਨਾ ਸਹਿਤ ਚਹਿਤ ਬੜ ਜੰਗ। ਰਹਿਓ ਗੁਰੂ ਟਿਕ ਡੇਰਾ ਪਾਏ। ਪਰਸ ਪ੍ਰੀਤ ਤੇ ਨਹਿ ਵਿਸਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल। प्राणनाथ अनाथ सखे दीन दर्द निवार। हे समरथ अगम पूरन मोहे मया तार। अंधकूप महापया नानक पारे उतार। नानक गुरु गोबिंद सिंह पूरन गुर अवतार। जगमग जोत बिराज रही श्री अबचल नगर मजार। खंडा जाके हाथ में कलगी सो है शीस। सो हमारी रचया करे गुर कलगी धर जगदीश। खंडा जाके हाथ में कलगी सो है शीस। सो हमारी रचया करे गुर कलगी धर जगदीश। वाहिगुरु नाम जहाज है चढ़े सोतरे पार। जो शरदा कर सेम दे गुर पार उतारन हार। जो शरदा कर सेम दे गुर पार उतारन हार। वाहिगुरु जी का खालसा, वाहिगुरु जी की फतेह।